ਸਤਨਾਮ ਵਾਹਿਗੁਰੂ ਸਾਹਿਬ ਜੀ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲਬ ਰੰਗਾਏ। ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉ ਤਨ ਸੇਜੈ ਜਾਏ। ਹਉ ਕੁਰਬਾਨ ਜਾਉ ਮਿਹਰਵਾਨਾ, ਹਉ ਕੁਰਬਾਨ ਜਾਉ, ਹਉ ਕੁਰਬਾਨ ਜਾਉ ਤਿਨਾ ਕੈ। ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕੈ। ਹਉ ਸਦ ਕੁਰਬਾਨ ਜਾਉ, ਕਾਇਆ ਰੰਗਣ ਜੇ ਥੀਐ ਪਿਆਰੇ। ਪਾਈਐ ਨਾਉ ਮਜੀਠ, ਰੰਗਣ ਵਾਲਾ ਦੇ ਰੰਗੈ ਸਾਹਿਬ। ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ। ਕੰਤ ਤਿਨਾ ਕੈ ਪਾਸ, ਤੂੜ ਤਿਨਾ ਕੀ ਜੇ ਮਿਲੈ ਜੀ। ਕਹੋ ਨਾਨਕ ਕੀ ਅਰਦਾਸ, ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਕੰਨ ਮੁਸਲਾ ਸੂਫ ਗਲ, ਦਿਲ ਕਾਤੀ ਗੁੜਵਾਤ। ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਫਰੀਦਾ ਰਤੀ ਰਤ ਨ ਨਿਕਲੈ, ਜੇ ਤਨ ਚੀਰੈ ਕੋਇ। ਜੋ ਤਨ ਰਤੇ ਰੱਬ ਸਿਓ, ਤਿਨ ਤਨ ਰਤ ਨਾ ਹੋਏ। ਮਹੱਲਾ ਤੀਜਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਪੈ ਪਇਐ ਤਨ ਖੀਣ ਹੋਏ, ਲੋਭ ਰਤ ਵਿੱਚ ਹੋ ਜਾਏ। ਜਿਉ ਬੈ ਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ।
ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋ ਲੱਭੀ ਵਥ। ਛੱਪੜ ਢੂੰਡੈ ਕਿਆ ਹੋਵੈ, ਚਿੱਕੜ ਡੁੱਬੈ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਸਤਿਗੁਰੂ ਸਾਹਿਬ ਜੀ ਦੀ ਅਥਾਹ ਬਖਸ਼ਿਸ਼ ਹੈ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ, ਕਰੁਣਾ ਭਰੀ ਨਿਵਾਜਿਸ਼ ਕਰਕੇ ਸਤਿਗੁਰੂ ਸਾਹਿਬ ਜੀ ਨੇ ਸਭ ਨੂੰ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅੰਮ੍ਰਿਤਮਈ ਸ਼ਬਦ ਦੇ ਅਭਿਆਸ ਨਾਲ ਮਨੁੱਖਾ ਜੀਵਨ ਨੂੰ ਗਿਆਨ ਦੇ ਅਰਥਾਂ ਵਿੱਚ, ਭਗਤੀ ਦੇ ਅਰਥਾਂ ਦੇ ਵਿੱਚ ਸਵਾਰਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਆਪਣੇ ਮਨੁੱਖਾ ਜੀਵਨ ਦਾ ਸਾਰਥਕ ਪ੍ਰਯੋਗ ਕਰਦਿਆਂ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਨ ਦਾ ਨਿਰਮਲ ਯਤਨ ਕਰ ਰਹੇ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਪਾਵਨ ਬਾਣੀ ਦੀ ਵਿਚਾਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਨਾਲ ਸਰਵੋ ਜੁੜ ਕੇ ਆਪ ਜੀ ਨਿਰੰਤਰ ਗਿਆਨਾਤਮਕ ਲਾਭ ਪ੍ਰਾਪਤ ਕਰਨ ਦਾ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ, ਵਿਚਾਰ ਦੇ ਅੰਮ੍ਰਿਤਮਈ ਅਨੁਭਵ ਨੂੰ ਮਾਣਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ। ਬਾਬਾ ਸ਼ੇਖ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਦੇ ਦੁਆਰਾ ਸਾਨੂੰ ਧਾਰਮਿਕ ਜਗਤ ਦੇ ਵਿੱਚ ਜੋ ਧਰਮ ਦੇ ਮਾਰਗ 'ਤੇ ਚੱਲਦਿਆਂ ਮਨੁੱਖ ਅਧੂਰੇਪਣ ਦਾ ਸ਼ਿਕਾਰ ਰਹਿੰਦੇ ਹਨ, ਜਿਹੜੇ ਧਰਮ ਦੀ ਮੂਲ ਆਤਮਾ ਨੂੰ ਠੀਕ ਢੰਗ ਦੇ ਨਾਲ ਨਹੀਂ ਸਮਝ ਪਾਉਂਦੇ ਅਤੇ ਉਹਨਾਂ ਦਾ ਜੀਵਨ ਧਰਮ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਕਿਵੇਂ ਅਧੂਰਾ ਰਹਿ ਜਾਂਦਾ ਹੈ, ਬਾਬਾ ਫਰੀਦ ਸਾਹਿਬ ਜੀ ਇਸ ਦੇ ਸੰਬੰਧ ਵਿੱਚ ਬਖਸ਼ਿਸ਼ ਕਰਦੇ ਹਨ। ਫਰੀਦਾ ਕੰਨ ਮੁਸੱਲਾ ਸੂਫ ਗਲ। ਸੂਫੀਆਂ ਦਾ ਜਾਂ ਇੱਕ ਇਸਲਾਮੀ ਵਿਸ਼ਵਾਸ ਵਾਲੇ ਬੰਦੇ ਦਾ ਪੇਸ ਇਸ ਤਰ੍ਹਾਂ ਆਖਦੇ ਹਨ, ਕੰਨ ਦਾ ਭਾਵ ਕਿ ਮੁੱਢਾ ਕੰਧੇ ਉੱਪਰ, ਕਹਿੰਦੇ ਮੁਸੱਲਾ ਰੱਖਿਆ ਹੋਇਆ ਹੈ। ਇਬਾਦਤ ਕਰਨ ਵੇਲੇ ਹੇਠਾਂ ਜੋ ਇੱਕ ਖਾਸ ਕਿਸਮ ਦਾ ਵਿਛਾਉਣਾ ਵਿਛਾਇਆ ਜਾਂਦਾ ਹੈ, ਉਹਨੂੰ ਉਹ ਮੁਸੱਲਾ ਆਖਦੇ ਹਨ। ਜਦੋਂ ਨਮਾਜ਼ ਆਰੰਭ ਕਰਨੀ ਉਸ ਤੋਂ ਪਹਿਲਾਂ ਖੋਲ੍ਹਣਾ ਅਤੇ ਨਮਾਜ਼ ਤੋਂ ਤੁਰੰਤ ਬਾਅਦ ਮੁਸੱਲਾ ਇਕੱਠਾ ਕਰਕੇ ਰੱਖ ਦੇਣਾ। ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਮੋਢੇ ਦੇ ਉੱਪਰ ਮੁਸੱਲਾ ਹੈ, ਸੂਫ ਗਲ ਅਤੇ ਉੱਨ ਦਾ ਬਣਿਆ ਹੋਇਆ ਇੱਕ ਭਾਰਾ ਜਿਹਾ ਕੰਬਲ ਰੂਪ ਜਿਹੜਾ ਵਸਤਰ ਹੈ। ਸੂਫ ਭਾਵ ਇੱਕ ਚੋਗਾ ਲੰਬਾ ਜਿਹੜਾ ਸਿਰ ਤੋਂ ਪੈਰਾਂ ਤੱਕ ਇੱਕੋ ਹੀ ਹੈ। ਆਖਦੇ ਹਨ ਉਹ ਗਲ 'ਚ ਪਹਿਨਿਆ ਹੋਇਆ ਹੈ। ਦਿਲ ਕਾਤੀ, ਧਰਮ ਦਾ ਵੇਸ ਉਜਲ ਹੈ, ਫਕੀਰੀ ਲਿਬਾਸ ਹੈ। ਮੁਸੱਲਾ ਗਵਾਹੀ ਦਿੰਦਾ ਹੈ ਕਿ ਇਹ ਬੰਦਾ 5 ਵਕਤ ਦਾ ਨਮਾਜ਼ੀ ਹੈ। ਸੂਫ ਗਵਾਹੀ ਦਿੰਦਾ ਹੈ, ਲੰਮਾ ਉਮਨ ਦਾ ਪਾਇਆ ਹੋਇਆ ਕਾਲਾ ਚੋਲਾ ਗਵਾਹੀ ਦਿੰਦਾ ਹੈ ਕਿ ਬੰਦਾ ਫਕੀਰੀ ਜੀਵਨ ਵਾਲਾ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਿਲ ਕਾਤੀ, ਦਿਲ ਕਪਟ ਦੇ ਕਾਰਨ ਹੋਣ ਕਰਕੇ ਕੈਂਚੀ ਵਰਗਾ ਹੈ। ਜ਼ਿਕਰ ਕਰਦੇ ਹਨ ਗੁੜਵਾਤ, ਅਤੇ ਜਿਹੜੀ ਇਹਦੀ ਕਥਨੀ ਹੈ,
ਜਿਹੜੀ ਇਹਦੀ ਵਿਵਹਾਰਕ ਬੋਲੀ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗੁੜ ਵਰਗੀ ਹੈ, ਅਤੇ ਸਮਝਦਾ ਹੈ ਕਿ ਇਸੇ ਨਾਲ ਜਗਤ ਵਿੱਚ ਭਰਮ ਰਿਹਾ ਹੈ। ਬਾਹਰ ਦਿਸੈ ਚਾਨਣ, ਇਹਦੇ ਜੀਵਨ ਨੂੰ ਬਾਹਰੋਂ ਦੇਖ ਕੇ ਇੰਝ ਲੱਗੇਗਾ ਕਿ ਦੁਨੀਆ ਦਾ ਬੜਾ ਸਫਲ ਇਨਸਾਨ ਹੈ, ਕਿ ਜਿਹਦੇ ਕੋਲੋਂ ਇਬਾਦਤ ਵੀ ਹੈ, ਜਿਹਦੇ ਕੋਲੋਂ ਫਕੀਰੀ ਵੀ ਹੈ, ਜਿਹਦੇ ਕੋਲੋਂ ਭਗਤੀ ਦਾ ਅਨੁਭਵ ਹੈ, ਤਾਂ ਕਰਕੇ ਦੀ ਬੋਲੀ ਮਿਠਾਸ ਭਰੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭਰਮ ਹੈ, ਪਰ ਵਾਸਤਵਿਕਤਾ ਜਾਂ ਅਸਲੀਅਤ ਇਹ ਹੈ ਦਿਲ ਅੰਧਿਆਰੀ ਰਾਤ। ਉਹ ਇੱਕ ਗਹਿਰੇ ਹਨੇਰੇ ਦੇ ਵਿੱਚ ਹੈ, ਇੱਕ ਗਹਿਰੀ ਭਟਕਣ ਦੇ ਵਿੱਚ ਹੈ। ਕੁਦਰਤਨ ਇਹ ਜਿਹੜਾ ਅਨੁਭਵ ਹੈ ਇਹ ਲਗਭਗ ਧਰਮ ਦੇ ਹਰੇਕ ਪੱਖ ਦੇ ਵਿੱਚ ਚੱਲਦਾ ਹੈ। ਦੁਨੀਆ ਦੇ ਵਿੱਚ ਮਨੁੱਖ ਆਪਣੀਆਂ ਦੋਹਰੀਆਂ ਭੂਮਿਕਾਵਾਂ ਦੇ ਨਾਲ ਆਪਣੇ ਜੀਵਨ ਨੂੰ ਸਥਾਪਿਤ ਕਰਨ ਦਾ ਅਕਸਰ ਯਤਨ ਕਰਦਾ ਹੈ। ਹਰ ਗੱਲ 'ਚ ਪਤਾ ਹੈ ਕਿ ਜਿਸ ਵੀ ਚੀਜ਼ ਦੇ ਜਿਸ ਵੀ ਮਾਰਗ 'ਤੇ ਚੱਲਣਾ ਹੈ ਉਹਦੀ ਸਾਧਨਾ ਦੇ ਢੰਗ ਦਾ ਇੱਕ ਨਿਸ਼ਚਿਤ ਮਿਆਰ ਹੈ। ਉੱਥੇ ਚੱਲਣ ਦੇ ਲਈ ਇੱਕ ਖਾਸ ਕਿਸਮ ਦੀ ਜੋ ਵੀ ਨਿਸ਼ਚਿਤ ਮਰਿਆਦਾ ਹੈ, ਸਾਧਨਾ ਹੈ, ਅਨੁਭਵ ਹੈ, ਉੱਥੋਂ ਦੀ ਸਿੱਖਿਆ ਹੈ, ਉਹਨੂੰ ਪੂਰੇ ਦਾ ਪੂਰਾ ਗ੍ਰਹਿਣ ਕੀਤਿਆਂ ਫਿਰ ਬਾਤ ਬਣਦੀ ਹੈ। ਪਰ ਗੱਲ ਕੀ ਹੈ ਕਿ ਮਨੁੱਖੀ ਮਨ ਜਦ ਕਮਜ਼ੋਰ ਹੁੰਦਾ, ਪਰ ਮਨ ਕਮਜ਼ੋਰ ਹੈ, ਪਰ ਧਰਮ ਦਾ ਜਿਹੜਾ ਉੱਜਲ ਜੀਵਨ ਹੈ ਉਹ ਆਪਣੀ ਤਰਫ ਖਿੱਚਦਾ ਹੈ, ਤਾਂ ਬੰਦੇ ਖਿੱਚੇ ਵੀ ਜਾਂਦੇ ਹਨ, ਧਰਮ ਦਾ ਲਿਬਾਸ ਧਾਰਨ ਵੀ ਕਰ ਲੈਂਦੇ ਹਨ, ਕਿਉਂਕਿ ਇਹਨੂੰ ਧਾਰਨ ਕਰਨ ਦੇ ਨਾਲ ਹੀ ਲੋਕਾਂ ਦੀਆਂ ਨਜ਼ਰਾਂ ਵਿੱਚ ਉਹਦੇ ਪ੍ਰਤੀ ਅਦਬ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਉਸ ਭੇਖ ਨੂੰ ਧਾਰਨ ਕਰਦਿਆਂ, ਧਰਮ ਦੇ ਵੇਸ ਨੂੰ ਧਾਰਨ ਕਰਦਿਆਂ ਅੰਤਰੀਵ ਦੇ ਵਿੱਚ ਬਦਲਾਵ ਨਹੀਂ ਹੁੰਦਾ। ਇਸ ਕਰਕੇ ਧਰਮ ਨੂੰ ਅਗਰ ਬਹੁਤ ਵਾਰੀ ਪਾਖੰਡ ਦਾ ਵਿਸ਼ਾ ਕਹਿ ਦਿੱਤਾ ਜਾਂਦਾ ਤਾਂ ਇਸੇ ਕਰਕੇ ਕਿ ਦੁਨੀਆਦਾਰੀ ਦੇ ਵਿੱਚ ਇੱਕ ਸੰਸਾਰੀ ਬੰਦਾ ਹੈ ਨਾ, ਹੁਣ ਜੇ ਉਹ ਬਹੁਤ ਜ਼ਿਆਦਾ ਪੈਸੇ ਨਾਲ ਸਨੇਹ ਰੱਖਦਾ ਤਾਂ ਕੁਦਰਤੀ ਉਹਦੇ ਤੋਂ ਇਹ ਅਪੇਕਸ਼ਾ ਕੀਤੀ ਜਾ ਸਕਦੀ ਹੈ ਕਿ ਲੋਭੀ ਹੋਏਗਾ, ਥੋੜ੍ਹਾ ਪੈਸੇ 'ਚ ਹੇਰ ਫੇਰ ਕਰਨ ਵਾਲਾ ਹੋਏਗਾ, ਕਿਉਂਕਿ ਇਹਦਾ ਧਨ ਨਾਲ ਬੜਾ ਸਨੇਹ ਹੈ, ਬੜਾ ਮੋਹ ਹੈ। ਦੁਨੀਆਦਾਰੀ ਦੇ ਤਲ 'ਤੇ ਜੋ ਕੁਝ ਦਿਖਦਾ ਉਹਦੀ ਅਸੀਂ ਅਪੇਕਸ਼ਾ ਵੀ ਕਰ ਸਕਦੇ ਹਾਂ, ਪਰ ਧਰਮ ਦੇ ਤਲ 'ਤੇ ਅਕਸਰ ਥੋੜ੍ਹਾ ਵਿਪਰੀਤ ਹੋ ਜਾਂਦਾ ਹੈ। ਜੋ ਦਿਖ ਰਿਹਾ ਹੈ ਜਦੋਂ ਵਾਹ ਪਿਆ ਠੀਕ ਉਵੇਂ ਨਹੀਂ ਨਿਕਲਿਆ। ਬਾਣੀ 'ਚ ਵਾਹ ਕੰਨ ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਤਾ ਸੰਗ। ਜਾਣਿਆ ਕਿ ਇਹਦਾ ਵੇਸ ਬੜਾ ਚੰਗਾ ਹੈ, ਇਹਦੀ ਬੋਲੀ ਬੜੀ ਚੰਗੀ, ਇਹਦੇ ਵਾਕ ਬੜੇ ਸਪਸ਼ਟ ਨੇ, ਇਹਦੇ ਵਾਕਾਂ ਦੇ ਵਿੱਚ ਗਿਆਨ ਦੇ ਅਰਥ ਬੜੇ ਨੇ, ਇਹਦੀ ਚਾਲ ਬੜੀ ਇੱਕ ਫਕੀਰਾਂ ਵਾਲੀ ਹੈ, ਇਹਦੀ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਇੱਕ ਮਸਤੀ ਦਾ ਝਲਕ ਪਾਉਂਦੀਆਂ ਨੇ। ਇਹ ਜੀਵਨ ਦੇ ਵਿੱਚ ਇਉਂ ਲੱਗਦਾ ਜਿਵੇਂ ਮਾਇਆ ਤੋਂ ਬਿਲਕੁਲ ਅਲੇਪ ਹੋਵੇ। ਇਹ ਸਾਰਾ ਕੁਝ ਇਹਦੇ ਜੀਵਨ ਤੋਂ ਝਲਕ ਪੈਂਦਾ ਤਾਂ ਦੁਨੀਆ ਕੁਦਰਤੀ ਮੁਤਾਸਰ ਹੋ ਜਾਂਦੀ ਹੈ, ਪ੍ਰਭਾਵਿਤ ਹੋ ਜਾਂਦੀ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਠੀਕ ਹੈ ਕਿ ਦੁਨੀਆ ਨੂੰ ਬਾਹਰੀ ਤੌਰ 'ਤੇ ਚਾਨਣਾ ਦਿਖਾ ਦਿੱਤਾ ਕਿ ਮੈਂ ਫਕੀਰ ਹਾਂ, ਇਬਾਦਤਗਾਰ ਹਾਂ, ਮੇਰੇ ਜੀਵਨ ਦੇ ਵਿੱਚ ਬੜਾ ਭਗਤੀ ਦਾ ਰਸ ਹੈ, ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਿਲ ਅੰਧਿਆਰੀ ਰਾਤ। ਕਿਤੇ ਇਹ ਨਾ ਹੋਵੇ ਕਿ ਅੰਦਰ ਹਨੇਰਾ ਹੈ ਅਤੇ ਬਾਹਰ ਚਾਨਣ ਦੀ ਜਿਹੜੀ ਢੌਂਗ ਕਰਦਿਆਂ ਕਰਦਿਆਂ ਹਨੇਰੇ ਵਿੱਚ ਹੀ ਜੀਵਨ ਖੁਆਰ ਹੋ ਜਾਏ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਫਰੀਦਾ ਕੰਨ ਮੁਸੱਲਾ। ਹੁਣ ਕੁਦਰਤੀ ਹੈ ਜਿਹੜੇ ਧਰਮ ਦੇ ਵਿੱਚ ਬਿਲਕੁਲ ਠੀਕ ਇਨਸਾਨ ਚੱਲ ਰਹੇ ਹੋਣਗੇ ਨਾ, ਭਾਵੇਂ ਉਹ ਕਥਨੀ ਵਾਲੇ ਹੋਣ ਤਾਂ ਭਾਵੇਂ ਇੱਕ ਸਾਧਨਾ ਵਾਲੇ ਗੁਰਸਿੱਖ ਹੋਣ, ਜਿਹੜੇ ਧਰਮ ਦੇ ਵਿੱਚ ਠੀਕ ਢੰਗ ਨਾਲ ਚੱਲ ਰਹੇ ਹੋਣਗੇ, ਉਹ ਹਮੇਸ਼ਾ ਧਾਰਮਿਕ ਜਿਹੜੀ ਮਰਿਆਦਾ ਹੈ ਉਹਦੀ ਜ਼ਿੰਦਗੀ ਭਰ ਉਹਦੇ ਦਿਖਾਵੇ ਤੋਂ ਬੜਾ ਦੂਰ ਰਹਿਣਗੇ। ਜ਼ਿੰਦਗੀ ਭਰ ਇੱਕ ਪ੍ਰਮੁੱਖ ਜਿਹਾ ਲੱਛਣ ਹੈ, ਉਹ ਵੇਸ ਦੇ ਤਲ 'ਤੇ ਵੀ ਇੰਨਾ ਜ਼ਿਆਦਾ ਯਤਨ ਨਹੀਂ ਕਰਦੇ। ਠੀਕ ਹੈ, ਜਿਤਨੀ ਕੋ ਬਣਦਾ ਹੈ ਉਤਨਾ ਕੋ ਧਾਰਨ ਕਰਦੇ ਨੇ, ਪਰ ਇਹ ਨਹੀਂ ਕਿ ਬਹੁਤਾ ਵਿਖਾਵਾ ਕਰਨਾ, ਕਿ ਹਰ ਗੱਲ ਤੋਂ ਪਹਿਰਾਵੇ ਤੋਂ ਵੀ ਜਚਾਉਣਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਹਿਲਾ ਸਭ ਤੋਂ ਵੱਡਾ ਭਰਮ ਬੰਦੇ ਨੂੰ ਦਿਲ ਅੰਧਿਆਰੀ ਰਾਤ ਨੂੰ ਇਹ ਬਣਦਾ ਹੈ ਕਿ ਸ਼ਾਇਦ ਮੇਰਾ ਉੱਜਲ ਵੇਸ ਧਾਰਨ ਕਰਨ ਦੇ ਨਾਲ ਮੇਰਾ ਅੰਤਰੀਵ ਵੀ ਬਦਲਾਵ ਦੇ ਵਿੱਚ ਆ ਜਾਣੇ। ਇਸ ਕਰਕੇ ਸੂਫੀਆਂ ਨੇ ਕਾਲਾ ਵਸਤਰ ਧਾਰਨ ਕੀਤਾ ਕਿ ਕਿਸੇ ਨੂੰ ਸ਼ੱਕ ਸੁਭਾਅ ਨਾ ਰਹੇ ਸਾਡੇ ਜੀਵਨ ਦੇ ਉੱਪਰ। ਉਹ ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਨ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ਼। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਕੰਨ ਮੁਸੱਲਾ ਜੀਵਨ ਨੂੰ ਬੰਦਗੀ ਵਾਲਾ ਦਿਖਾਉਂਦਾ ਹੈ। ਇਸ ਕਰਕੇ ਕਿੰਨਿਆਂ ਢੰਗਾਂ ਦੇ ਨਾਲ ਦਿਖਾਇਆ ਜਾਂਦਾ ਹੈ। ਮਾਲਾ ਪਕੜੀ ਹੈ, ਮਾਲਾ ਦੁਆਰਾ ਦਿਖਾਉਂਦਾ ਹੈ।
ਹੋਰ ਕਈ ਢੰਗਾਂ ਨਾਲ ਦਿਖਾਉਂਦਾ ਹੈ, ਮਾਲਾ ਨਾਲ ਦਿਖਾਉਂਦਾ ਹੈ, ਮੁਸੱਲੇ ਦੁਆਰਾ ਦਿਖਾਉਂਦਾ ਹੈ, ਤਿਲਕ ਦੁਆਰਾ ਦਿਖਾਉਂਦਾ ਹੈ, ਬੜਿਆਂ ਤਰੀਕਾਂ ਦੇ ਨਾਲ ਜਿਹੜਾ ਹੈ ਧਰਮ ਦੁਆਰਾ ਧਰਮ ਦੀ ਦਿਖਾਉਂਦਾ ਕਿ ਮੈਂ ਧਰਮ ਦਾ ਚੱਲਣ ਵਾਲਾ ਇੱਕ ਸਾਧਕ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੰਦਗੀ ਦਾ ਵੀ ਦਿਖਾਵਾ ਕਰਦਾ ਹੈ, ਫਿਰ ਵੇਸ ਵੀ ਐਸਾ ਧਾਰਨ ਕਰਦਾ ਹੈ, ਸਾਦਾ ਇੱਕ ਰੰਗ ਦਾ ਵੇਸ ਧਾਰਨ ਕਰਦਾ ਹੈ। ਜੇ ਕੋਈ ਪੁੱਛੇ ਕਿਉਂ, ਕਹਿਣ ਲੱਗਾ ਨਹੀਂ ਮੈਂ ਮਾਇਆ ਦੇ ਰੰਗ ਛੱਡ ਚੁੱਕਾ ਹਾਂ, ਮੈਨੂੰ ਇਹਨਾਂ ਰੰਗਾਂ ਨੂੰ ਵੱਲ ਹੁਣ ਮੇਰਾ ਚਿੱਤ ਨਹੀਂ ਕਰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਗੁੜ ਬਾਤ, ਫਿਰ ਆਪਣੀ ਉਸ ਸਾਰੇ ਵੇਸ ਨੂੰ ਸਾਰਥਕ ਬਣਾਉਣ ਦੇ ਲਈ ਇੱਕ ਮਨੋਹਰ ਕਥਨੀ ਦਾ ਸਹਾਰਾ ਲੈਂਦਾ ਹੈ। ਅੰਦਰ ਜੀ ਦਿਲ ਦੇ ਵਿੱਚ ਇੱਕ ਜ਼ਹਿਰ ਦੀ ਬਾਤ ਬਣੀ ਹੋਈ ਹੈ ਅਤੇ ਬਾਹਰੋਂ ਜਿਹੜੇ ਬੋਲ ਹਨ ਉੱਥੇ ਹਰੇਕ ਬੋਲ ਦੇ ਨਾਲ ਜੀ ਲਗਾ ਰਿਹਾ ਜਾਂ ਬੜਾ ਅਦਬ ਲਗਾ ਰਿਹਾ ਹੈ। ਕੁਦਰਤੀ ਕਈ ਵਾਰੀ ਦੇਖਦਾ, ਚਲੋ ਅਸੀਂ ਤਾਂ ਬੜਾ ਸੂਖਮ ਦੇਖਦੇ ਹਾਂ ਕਈ ਦਫਾ, ਉਂਝ ਜਦੋਂ ਸਮਾਜ 'ਚ ਵਿਚਰਦੇ ਨੇ ਉਦੋਂ ਆਵਾਜ਼ ਦੀ ਟਿਊਨ ਵੀ ਹੋਰ ਹੈ, ਚੱਲਣ ਦਾ ਢੰਗ ਹੋਰ ਹੈ, ਚੀਜ਼ਾਂ ਨਾਲ ਵਰਤੋਂ ਵਿਹਾਰ ਕਰਨ ਦਾ ਢੰਗ ਹੋਰ ਹੈ। ਜਦੋਂ ਹੀ ਉਹ ਧਰਮ ਦਾ ਲਿਬਾਸ ਧਾਰਨ ਕਰ ਲੈਂਦੇ ਨੇ, ਜਾਣ ਬੁੱਝ ਕੇ ਅੰਦਰੋਂ ਕੁਝ ਆ ਰਿਹਾ ਹੈ ਅਤੇ ਬੋਲ ਕੇ ਐਵੇਂ ਵਾਕਾਂ ਨੂੰ ਬਦਲਦੇ ਰਹਿਣਗੇ। ਪਤਾ ਲੱਗ ਜਾਂਦਾ ਕਿ ਇਹਦੀ ਟਿਊਨ ਦੇ ਵਿੱਚ ਫਰਕ ਹੈ, ਇਹਦਾ ਮਤਲਬ ਇਹ ਬੰਦਾ ਦੋ ਪਰਤੀ ਚੱਲ ਰਿਹਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਦਿਲ ਕਾਤੀ ਕਪਟ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਇਸ ਘਟਨਾ ਨਾਲ ਇੱਕ ਸਮੱਸਿਆ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਕਪਟ ਕੱਲਾ ਰਾਜਨੀਤਿਕ ਲੋਕ ਨਹੀਂ ਕਰਦੇ, ਕਪਟ ਕੱਲਾ ਮਾਇਆਧਾਰੀ ਲੋਕ ਨਹੀਂ ਕਰਦੇ, ਕਪਟ ਧਰਮੀ ਮਨੁੱਖ ਵੀ ਕਰਦੇ ਹਨ। ਉਹਨਾਂ ਨੇ ਤੁਹਾਨੂੰ ਆਪਣਾ ਸੱਚ ਨਹੀਂ ਦਿਖਾਇਆ ਕਿ ਅੰਦਰ ਮੇਰਾ ਮੈਲਾ ਹੈ ਜੀ, ਬਾਹਰੋਂ ਲਿਬਾਸ ਦਿਖਾ ਦਿੱਤਾ ਤੁਹਾਨੂੰ, ਸਾਨੂੰ ਸਾਰਿਆਂ ਨੂੰ ਪ੍ਰਮਦ ਕਰ ਲਿਆ। ਇੱਕ ਰਾਜਨੇਤਾ ਕਹਿੰਦਾ ਨਾ ਮੈਂ ਸੇਵਾ ਕਰਾਂਗਾ, ਹੁਣ ਕੁਦਰਤੀ ਉਹ ਸੇਵਾ ਦੀ ਆੜ 'ਚ ਜੋ ਕੁਝ ਕਰਦਾ ਸਾਨੂੰ ਸਾਰਿਆਂ ਨੂੰ ਮਾਲੂਮ ਹੈ। ਰਾਜਨੇਤਾ ਤਾਂ ਫਿਰ ਵੀ ਸਪਸ਼ਟ ਹੈ, ਲੋਕਾਂ ਨੂੰ ਰਾਜਨੀਤਿਕਾਂ ਬਾਰੇ ਮਾਇਆਧਾਰੀ ਲੋਕਾਂ ਬਾਰੇ ਸਪਸ਼ਟ ਹੈ ਕਿ ਕਪਟ ਕਰ ਸਕਦੇ ਨੇ। ਧਰਮੀ ਮਨੁੱਖਾਂ ਬਾਰੇ ਬਹੁਤੀ ਵਾਰੀ ਸਪਸ਼ਟ ਨਹੀਂ ਹੁੰਦਾ, ਪਰ ਜਦੋਂ ਹੁੰਦਾ ਹੈ ਉਦੋਂ ਫਿਰ ਨੁਕਸਾਨ ਹੁੰਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਾਰਾ ਕੁਝ ਇਹਨੇ ਆਪਣੇ ਕਪਟ ਲਈ ਧਾਰਨ ਕੀਤਾ ਹੈ, ਹੋਰ ਕੁਝ ਨਹੀਂ। ਇਹਦੇ ਕੋਲ ਇੰਨੀ ਸਮਰੱਥਾ ਨਹੀਂ ਕਿ ਇੱਕ ਰਾਜਨੀਤੀ ਵਾਂਗ ਹਜ਼ਾਰਾਂ ਕਰੋੜਾਂ ਦਾ ਨਿਵੇਸ਼ ਕਰਕੇ ਸਾਰੇ ਦੇਸ਼ ਦੀ ਜੇਬ ਕੱਟ ਸਕੇ। ਇਹਦੀ ਸਮਰੱਥਾ ਬਸ ਇੱਥੋਂ ਤੱਕ ਜਾ ਸਕਦੀ ਸੀ ਕਿ ਉਜਲਾ ਵੇਸ ਪਹਿਨ ਕੇ ਧਰਮ ਦੀ ਥੋੜ੍ਹੀ ਬਹੁਤੀ ਕਰਮਕਾਂਡੀ ਮਰਜ਼ਾਦਾ ਸਿੱਖ ਕੇ ਅਤੇ ਥੋੜ੍ਹਾ ਜਿਹਾ ਸੁੱਚ ਭਿੱਟ ਦਾ ਵਹਿਮ ਭਰਮ ਦਿਖਾ ਕੇ, ਸੁੱਚਤਾ ਦਾ ਭਰਮ ਫੈਲਾ ਕੇ ਆਪਣੇ ਆਪ ਨੂੰ ਦਿਖਾ ਸਕਦਾ ਸੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੇ ਵੇਸ ਵਾਲੇ ਕਪਟੀ ਹੁੰਦੇ ਹਨ, ਭਾਵ ਕਿ ਇਹਨੇ ਕਪਟ ਕਰਕੇ, ਜੇ ਕਪਟ ਨਾ ਹੋਵੇ ਤਾਂ ਇਹਨੂੰ ਵੇਸ ਧਾਰਨ ਕਰਨ ਦੀ ਲੋੜ ਹੀ ਨਹੀਂ, ਕੁਦਰਤੀ ਰਹੀ ਜਾਵੇ। ਹੁਣ ਇਸ ਕਰਕੇ ਜ਼ਰੂਰੀ ਥੋੜ੍ਹਾ ਕਿ ਜਿਤਨੇ ਧਰਮ ਦੇ ਤਲ 'ਤੇ ਕਥਨੀ ਵਾਲੇ ਵਿਚਰਦੇ ਹਨ ਇਹ ਸਾਰੇ ਕਿਤੇ ਗੁਰਮੁਖੀ ਹੋ ਗਏ ਨੇ। ਜੀਵਨ ਦੇ ਵਿੱਚ ਬੜੀ ਵੱਡੀ ਮਨਮੁਖਤਾ ਜੀਵਨ 'ਚ ਦੇਖਣ ਨੂੰ ਮਿਲ ਜਾਂਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਿਲ ਕਾਤੀ, ਕਿ ਇਸ ਕਰਕੇ ਕਿ ਦਿਲ ਦੇ ਵਿੱਚ ਕਪਟ ਹੈ, ਉਹਨੂੰ ਨਹੀਂ ਕੱਢ ਸਕਿਆ। ਇਸ ਕਰਕੇ ਸੰਸਕ੍ਰਿਤੀ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜ ਸੁਬਗਲ ਸੁਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਦੋਇ ਧੋਤੀ ਬਸਤਰ ਕਪਾਟੰ, ਜੋ ਜਾਨਚ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੈ ਕਰਮੰ। ਭਾਵ ਕਿ ਕਿੰਨਾ ਵੇਸ ਉਜਲ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਦਿਲ ਕਾਤੀ, ਜੀਵ ਸਮੱਸਿਆ ਸਾਰੀ ਹੈ। ਵਰਤਮਾਨ ਸਮੇਂ 'ਚ ਜਿਤਨਾ ਧਰਮ ਦੇ ਨਾਂ 'ਤੇ ਪਾਖੰਡ ਹੋਇਆ ਜਾਂ ਧਰਮ ਦੇ ਨਾਂ 'ਤੇ ਸ਼ਰਧਾਲੂਆਂ ਦਾ, ਸ਼ਰਧਾਵਾਨਾਂ ਦਾ, ਜਗਿਆਸੂਆਂ ਸਾਧਕਾਂ ਦਾ ਸ਼ੋਸ਼ਣ ਹੋਇਆ, ਉਹਦਾ ਕਾਰਨ ਹੈ ਦਿਲ ਕਾਤੀ। ਕਿਸੇ ਸਮੇਂ ਕਿਸੇ ਬੰਦੇ ਨੇ ਪਿਛਲੇ ਸਮੇਂ ਜਿਤਨੇ ਕੁ ਸਿਲਸਿਲੇ ਵਾਪਰੇ, ਉਹਨਾਂ ਸਾਰਿਆਂ ਦੇ ਜਿਤਨੇ ਕੋ ਪਕੜੇ ਗਏ ਅਪਰਾਧਿਕ ਤਲ 'ਤੇ, ਉਹਨਾਂ ਦੇ ਸਾਰਿਆਂ ਦੇ ਜੀਵਨ ਦੀ ਉਹਨੇ ਪਿਛੋਕੜ ਦੀ ਖੋਜ ਕੀਤੀ। ਸਾਰਿਆਂ ਦਾ ਪਿਛੋਕੜ ਅਪਰਾਧੀ ਪੁਣੇ ਵਾਲਾ ਸੀ, ਲਗਭਗ ਸਾਰਿਆਂ ਦਾ। ਕਿਸੇ ਨਾ ਕਿਸੇ ਛੋਟੇ ਜਿਹੇ ਚੋਰੀ ਕਤਲ ਦੇ ਮਸਲੇ 'ਚ ਫਸ ਗਏ ਸਨ, ਨਾਮ ਆ ਗਿਆ ਅਤੇ ਕਾਨੂੰਨ ਦੀ ਮਾਰ ਤੋਂ ਬਚਣ ਲਈ ਧਰਮ ਦਾ ਵੇਸ ਖੜਾ ਕਰਕੇ ਇੱਕ ਵੱਡਾ ਸੰਗਰਾਮ, ਵੱਡਾ ਸਾਮਰਾਜ ਖੜਾ ਕਰ ਲਿਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਿਲ ਕਾਤੀ ਗੁੜ ਬਾਤ। ਇਸ ਕਰਕੇ ਧਰਮ ਦੇ ਸੰਬੰਧ ਵਿੱਚ ਸਜਗ ਰਹਿਣਾ, ਜਿਹੜਾ ਧਰਮ ਦੀ ਗਹਿਰਾਈ ਦੇ ਵਿੱਚ ਗਿਆ ਹੋਏਗਾ ਉਹਦੇ ਕੋਲੋਂ ਸਭ ਤੋਂ ਪਹਿਲਾਂ ਜਿਹੜੀ ਵੇਸ ਦੀ ਉਹ ਚਮਕਦੀ ਆ, ਉਹਦੇ ਵਿੱਚ ਵਿਸ਼ਵਾਸ ਹੀ ਨਹੀਂ ਰੱਖਦਾ। ਠੀਕ ਹੈ, ਕਈ ਵਾਰੀ ਉਹਨੂੰ ਕਿਸੇ ਕਾਰਨ ਕਰਕੇ ਧਾਰਨ ਕਰਨਾ ਪੈ ਸਕਦਾ ਹੈ,
ਪਰ ਉਹਦੇ ਵਿੱਚ ਵਿਸ਼ਵਾਸ ਨਹੀਂ ਰਹਿੰਦਾ। ਇਸ ਕਰਕੇ ਬਿਲਕੁਲ ਧਰਮ ਦੇ ਵਿੱਚ ਜ਼ਬਤ ਹੋਏ ਬੰਦਿਆਂ ਦਾ ਇੱਕ ਲੱਛਣ ਹੈ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਾਂ ਉਹਨਾਂ ਦਾ ਇੱਕ ਲੱਛਣ ਹੈ, ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੈ ਦੇਨ। ਜਾਂ ਉਹਨਾਂ ਦੇ ਜੀਵਨ ਦਾ ਲੱਛਣ ਹੈ ਕਿ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ। ਇਸ ਕਰਕੇ ਧਰਮ ਦੇ ਵਿੱਚ ਚੱਲਣ ਵਾਲੇ ਬੰਦੇ ਜਿਹੜੇ ਠੀਕ ਢੰਗ ਨਾਲ ਚੱਲ ਰਹੇ ਹਨ, ਉਹਨਾਂ ਦੇ ਐਸੇ ਲੱਛਣ ਹਨ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਿਲ ਕਾਤੀ। ਹੁਣ ਕੁਦਰਤੀ ਇਹ ਗੱਲ ਕਿਉਂ ਕਹੀ ਗਈ, ਇਹ ਵੀ ਸਮਝ ਆਉਣਾ ਚਾਹੀਦਾ। ਹੁਣ ਸਾਨੂੰ ਭਗਤ ਕਬੀਰ ਸਾਹਿਬ ਜੀ ਨੇ ਕਾਸ਼ੀ ਦੇ ਬ੍ਰਾਹਮਣਾਂ ਨੂੰ ਠੱਗ ਕਿਹਾ ਹੈ, ਉਹਦਾ ਕਾਰਨ ਸਾਨੂੰ ਸਾਰਿਆਂ ਨੂੰ ਪਤਾ ਨਾ ਕਿ ਕਰਮਕਾਂਡ ਫੈਲਾ ਕੇ ਲੁੱਟ ਕਰਦੇ ਸਨ। ਹੁਣ ਬਾਬਾ ਫਰੀਦ ਸਾਹਿਬ ਜੀ ਇਸਲਾਮ ਦੇ ਹਨ, ਤਾਂ ਉਹ ਇਹ ਗੱਲ ਕਿਉਂ ਕਹਿ ਰਹੇ ਨੇ? ਕਿਉਂਕਿ ਜੇ ਸੂਫੀਆਂ ਦੇ ਵਿੱਚ ਵੱਡੀ ਬੰਦਗੀ, ਵੱਡਾ ਗਿਆਨ ਪੈਦਾ ਹੋਇਆ, ਤੇ ਸੂਫੀਆਂ ਦੇ ਵੇਸ ਦੇ ਨਾਂ 'ਤੇ ਪਾਖੰਡ ਵੀ ਬੜਾ ਪੈਦਾ ਹੋਇਆ। ਬੜੇ ਐਸੇ ਜਿਵੇਂ ਬੜੇ ਐਸੇ ਉਹਨਾਂ ਦੇ ਮਿਲ ਜਾਂਦੇ ਨੇ, ਅੱਜ ਵੀ ਆਪ ਜੀ ਨੂੰ ਮਿਲ ਜਾਣਗੇ ਇਸ ਤਰ੍ਹਾਂ ਦੇ ਕੁਦਰਤੀ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜੀਵਨ ਨੂੰ ਜਿਹੜਾ ਹੈ ਦਿਖਾਵੇ ਦਾ ਪਾਤਰ ਬਣਾ ਲਿਆ, ਇਹ ਦੋਹਰਾ ਨੁਕਸਾਨ ਕਰਦੇ ਨੇ। ਕੁਦਰਤੀ ਹੈ, ਖੁਦ ਆਪਣਾ ਜੀਵਨ ਹਨੇਰੇ 'ਚ ਹੈ, ਦੂਜਿਆਂ ਦੇ ਜੀਵਨ ਨੂੰ ਜਿਨ੍ਹਾਂ ਲਈ ਦਿਖਾਵਾ ਕਰਦੇ ਹਨ, ਉਹਨਾਂ ਦੇ ਜੀਵਨ 'ਚੋਂ ਵੀ ਹਨੇਰੇ ਨੂੰ ਰੱਖਣਗੇ। ਕਦੇ ਨਹੀਂ ਉਹਨਾਂ ਨੂੰ ਅਧਿਆਤਮ ਦਾ ਠੀਕ ਰਸਤਾ ਦਿਖਾ ਸਕਣਗੇ। ਜਿਹੜੇ ਖੁਦ ਵੇਸ ਦੇ ਤਲ 'ਤੇ ਭਰਮੇ ਹਨ, ਖੁਦ ਕਪਟ ਦੇ ਸ਼ਿਕਾਰ ਹਨ। ਬਾਬਾ ਫਰੀਦ ਸਾਹਿਬ ਜੀ ਆਖਦੇ ਬਾਹਰ ਦਿਸੈ ਚਾਨਣਾ। ਦੇਖਣ 'ਚ ਤਾਂ ਲੱਗਦਾ ਕਿ ਆਹ ਇਲਾਕਾ ਧਾਰਮਿਕ ਹੋ ਗਿਆ, ਪਰ ਇਹਨਾਂ ਦਾ ਜਿਹੜਾ ਮੁਖੀ ਬਣਿਆ, ਜੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਪਰੋਕਤ ਹਾਲਾਤਾਂ ਵਾਲਾ ਹੋਇਆ, ਤਾਂ ਇਹ ਸਾਰਿਆਂ ਦੇ ਅੰਦਰ ਖੁਦ ਤਾਂ ਹਨੇਰੇ 'ਚ ਹੈ ਹੀ ਹੈ, ਦੂਜਿਆਂ ਦੇ ਜੀਵਨ 'ਚ ਵੀ ਹਨੇਰਾ ਰੱਖੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ। ਰਾਤ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ, ਕਿਸੇ ਨਗਰ ਦੇ ਵਿੱਚ ਇੱਕ ਬੜਾ ਵੱਡਾ ਬੰਦਗੀ ਵਾਲਾ ਸੂਫੀ ਸੰਤ ਰਹਿੰਦਾ ਸੀ। ਉਸ ਸੰਤ ਦਾ ਸਾਰਾ ਜੀਵਨ ਮਾਨਵਤਾ ਦੇ ਲਈ ਬੰਦਗੀ ਦੇ ਅਰਥ ਵਿੱਚ ਗੁਜ਼ਰਿਆ, ਪਰ ਉਹਦੇ ਜੀਵਨ ਦੀ ਕੋਈ ਚਰਚਾ ਨਾ ਹੋਈ, ਕਿਉਂਕਿ ਉਹਨੇ ਹਰ ਇੱਕ ਕੰਮ ਇੱਕ ਖਾਸ ਤਰ੍ਹਾਂ ਦੀ ਸੰਕੋਚ ਵਿੱਚ ਕੀਤਾ ਸੀ। ਚਾਹੇ ਦਾਨ ਸੀ, ਚਾਹੇ ਭਗਤੀ ਸੀ, ਚਾਹੇ ਕੁਝ ਵੀ ਸੀ, ਉਹਨੇ ਮਤਲਬ ਬੜੇ ਸੀਕਰਟ ਜਿਹੇ ਢੰਗ ਨਾਲ ਸਾਰੀ ਜ਼ਿੰਦਗੀ ਸਾਧਨਾ ਕਰਦਾ ਰਿਹਾ। ਕੁਦਰਤੀ ਉਸ ਨਗਰ ਦੇ ਵਿੱਚ ਕੋਈ ਵਿਦਵਾਨ ਆ ਗਿਆ, ਤਾਂ ਉਹ ਕਹਿਣ ਲੱਗਾ ਕਿ ਇਸ ਨਗਰ ਦੇ ਵਿੱਚ ਕੋਈ ਰੱਬੀ ਪਿਆਰਾ ਹੈ, ਕੋਈ ਸੂਫੀ ਸੰਤ, ਕੋਈ ਪਰਮੇਸ਼ਰ ਦੀ ਇਬਾਦਤ ਕਰਨ ਵਾਲਾ, ਭਗਤੀ ਵਾਲਾ ਬੰਦਾ ਹੈ। ਜਿਹੜੇ ਕੁਝ ਪਖੰਡੀ ਪ੍ਰਚਲਿਤ ਸਨ, ਅਤੇ ਉਹਨਾਂ ਨੇ ਉਸ ਵਕਤ ਦਿਖਾਵਾ ਕਰਨਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ ਕਿ ਹਾਂ, ਉਹਨਾਂ ਨੇ ਚੇਲੇ ਚੁੱਲੇ ਫੈਲਾਏ ਹੁੰਦੇ ਨੇ। ਉਹ ਜਿਹੜਾ ਇੱਕ ਪਾਖੰਡੀ ਬਣਿਆ ਹੋਇਆ ਸੀ, ਉਹਦੇ ਕੋਲ ਇਸ ਵਿਦਵਾਨ ਨੂੰ ਲੈ ਗਏ। ਵਿਦਵਾਨ ਜਾ ਕੇ ਕਹਿਣ ਲੱਗਾ ਜੀ, ਮੈਂ ਜ਼ਿੰਦਗੀ ਭਰ ਵਿਦਿਆ ਤੋਂ ਪੜ੍ਹ ਕੇ ਥੱਕ ਗਿਆ ਹਾਂ, ਮੈਨੂੰ ਅਨੁਭਵ ਦੀ ਤਲਾਸ਼ ਹੈ, ਮੈਨੂੰ ਉਮੀਦ ਹੈ ਕਿ ਤੁਹਾਡੇ ਕੋਲੋਂ ਮਿਲ ਜਾਏਗਾ। ਅਤੇ ਕਹਿਣ ਲੱਗਾ ਹਾਂ ਜ਼ਰੂਰ, ਮੈਂ ਤੈਨੂੰ ਅਨੁਭਵ ਦਿਆਂਗਾ। ਉਸ ਵਿਦਵਾਨ ਨੇ ਬੜੀ ਸਾਰੀ ਮਾਇਆ ਉਹਦੇ ਅੱਗੇ ਰੱਖ ਦਿੱਤੀ ਲਿਆ ਕੇ। ਉਹ ਪਾਖੰਡੀ ਬੰਦਾ ਸੀ, ਹੁਣ ਮਾਇਆ ਦੇਖ ਕੇ ਭਰਮ ਗਿਆ ਅਤੇ ਉਹਦੀ ਗਿਣਤੀ ਕਰਨ ਲੱਗ ਪਿਆ ਉਹਦੇ ਸਾਹਮਣੇ ਹੀ। ਵਿਦਵਾਨ ਬੜਾ ਸਮਾਂ ਸ਼ਾਂਤ ਰਿਹਾ। ਉਸ ਤੋਂ ਬਾਅਦ ਉਹ ਕਹਿਣ ਲੱਗਾ ਜੀ, ਮੈਂ ਕੁਝ ਨਾ ਗ੍ਰੰਥ ਰਚੇ ਨੇ, ਅਤੇ ਇਹਨਾਂ ਦੇ ਉੱਪਰ ਮੇਰਾ ਆਪਣਾ ਨਾਮ ਲਿਖਣ ਨੂੰ ਜੀਅ ਨਹੀਂ ਕਰਦਾ। ਜੇ ਤੁਸੀਂ ਆਪਣਾ ਨਾਮ ਲਿਖ ਕੇ ਦੁਨੀਆ 'ਚ ਪ੍ਰਚਾਰ ਲਓ ਤਾਂ ਮੈਂ ਤੁਹਾਨੂੰ ਭੇਟ ਕਰਦਾ। ਤੁਰੰਤ ਜਲਦੀ ਆਪਣਾ ਨਾਮ ਲਿਖਣ ਲੱਗ ਪਿਆ ਉਹਨਾਂ ਦੇ ਉੱਪਰ। ਫਿਰ ਕਹਿਣ ਲੱਗਾ ਜੀ, ਤੁਹਾਡੇ ਜਿਹੜੇ ਨਾ ਮੇਰੇ ਕੋਲੋਂ ਕੁਝ ਬੜੇ ਕੀਮਤੀ ਵਸਤਰ ਨੇ, ਜਿਹੜੇ ਮੈਨੂੰ ਗਿਆਨ ਸੁਭਾਵਾਂ ਵਿੱਚ ਜਿੱਤਣ ਤੋਂ ਬਾਅਦ ਨਜ਼ਰਾਨਿਆਂ ਦੇ ਰੂਪ 'ਚ ਮਿਲੇ ਨੇ, ਮੈਨੂੰ ਇਹਨਾਂ ਨੂੰ ਪਹਿਨਣ ਲੱਗਿਆ ਅਲਕਤ ਜੀ ਆਉਂਦੀ ਹੈ, ਪਰ ਤੁਸੀਂ ਮਾਇਆ ਤੋਂ ਨਿਰਲੇਪ ਹੋ, ਮੈਂ ਤੁਹਾਨੂੰ ਭੇਟ ਕਰਦਾ। ਉਹਨੇ ਤੁਰੰਤ ਦਵਾ ਉਹ ਵੀ ਪਹਿਨ ਕੇ ਵੇਖਣ ਲੱਗ ਪਿਆ। ਜਦੋਂ ਇਹ 3-4 ਘਟਨਾਵਾਂ ਹੋ ਗਈਆਂ ਤਾਂ ਵਿਦਵਾਨ ਕਹਿਣ ਲੱਗਾ ਜੀ, ਹੁਣ ਇਹ ਦੱਸੋ ਮਾਇਆ ਕੀ ਹੁੰਦੀ ਹੈ? ਤਾਂ ਉਹ ਕੁਦਰਤੀ ਜਿਹੜਾ ਪਖੰਡੀ ਸੀ, ਉਹ ਕਹਿਣ ਲੱਗਾ ਮਾਇਆ ਜੋ ਉਹ ਹੁੰਦੀ ਜਿਹੜੀ ਭਰਮਾ ਲਵੇ। ਤਾਂ ਉਹ ਵਿਦਵਾਨ ਉਸੇ ਵਕਤ ਕਹਿਣ ਲੱਗਾ ਕਿ ਕਹਿੰਦਾ ਤੈਨੂੰ ਪੈਸੇ ਨੇ ਵੀ ਭਰਮਾਇਆ, ਤੈਨੂੰ ਵਸਤਰਾਂ ਨੇ ਵੀ ਭਰਮਾਇਆ, ਤੈਨੂੰ ਗ੍ਰੰਥਾਂ ਕਿਤਾਬਾਂ ਨੇ ਵੀ ਭਰਮਾਇਆ, ਖੁਦ ਤਾਂ ਤੂੰ ਮਾਇਆ ਤੋਂ ਅਲੇਪ ਹੋ ਨਹੀਂ ਸਕਿਆ ਅਤੇ ਅਰਥ ਕਰ ਰਿਹਾ। ਇਸ ਕਰਕੇ ਤੇਰੇ ਕੋਲੋਂ ਕੇਵਲ ਅੱਖਰੀ ਗਿਆਨ ਹੈ ਕਿ ਮਾਇਆ ਭਰਮਾਉਂਦੀ ਹੈ, ਪਰ ਉਹ ਭਰਮ ਤੋਂ ਤੂੰ ਕਿਵੇਂ ਬਚਣਾ ਜਾਂ ਤੂੰ ਕਿਵੇਂ ਬਚ ਕੇ ਆਪਣੇ ਆਪ ਨੂੰ ਅਲੇਪ ਕੀਤਾ ਇਹਦਾ ਅਨੁਭਵ ਤੇਰੇ ਕੋਲੋਂ ਨਹੀਂ ਹੈ। ਇਸ ਕਰਕੇ ਉਹ ਵਿਦਵਾਨ ਉਹਦੇ ਕੋਲ ਚਲਾ ਗਿਆ। ਫਿਰ ਕਿਸੇ ਨੇ ਕਿਹਾ ਕਿ ਨਗਰ ਦੇ ਵਿੱਚ ਇੱਕ ਕੋਈ ਰਮਤਾ ਰਹਿੰਦਾ ਹੈ, ਉਹਦੇ ਕੋਲੋਂ ਜਾ ਕੇ ਉਹਨੇ ਕਿਹਾ ਕਿ ਮੈਨੂੰ ਅਨੁਭਵ ਦੀ ਤਲਾਸ਼ ਹੈ, ਮੈਂ ਤੁਹਾਡੇ ਕੋਲ ਆਇਆ।
ਤਾਂ ਕੁਦਰਤੀ ਜਿਹੜੇ ਵੱਡੇ ਬੰਦੇ ਜਿਹੜੇ ਵਾਕਈ ਧਰਮ ਦੇ ਵਿੱਚ ਹੋਣ, ਉਹ ਕਦੇ ਇਸ ਗੱਲ ਦਾ ਵੀ ਦਾਅਵਾ ਨਹੀਂ ਕਰਨਗੇ ਕਿ ਮੇਰੇ ਪਾਸ ਅਨੁਭਵ ਆ। ਕਹਿੰਦੇ ਗੱਲਬਾਤ ਕਰ ਲੈਂਦੇ, ਜਿੰਨੀ ਕੁ ਸਮਝ ਆ ਗਈ ਠੀਕ ਹੈ, ਬਾਕੀ ਪਰਮੇਸ਼ਰ ਜਾਣੇ। ਉਹ ਗੱਲਬਾਤ ਕਰਨ ਲੱਗੇ, ਕਹਿਣ ਲੱਗਾ ਮਾਇਆ ਦਾ ਅਨੁਭਵ ਕੀ ਹੈ। ਉਹਨੇ ਇੱਕ ਵਾਕ ਦੇ ਵਿੱਚ ਉਹਦਾ ਨਿਬੇੜਾ ਕਰ ਦਿੱਤਾ। ਕਹਿੰਦਾ ਭਰਮ ਗਿਆ ਸੋ ਮਾਇਆ, ਜਿਹੜਾ ਨਹੀਂ ਭਰਮਿਆ ਉਹਦੇ ਲਈ ਕੁਝ ਵੀ ਨਹੀਂ। ਭਰਮੇ ਦੇ ਲਈ ਹੈ। ਹੁਣ ਕੁਦਰਤੀ ਹੈ, ਆ ਜਿਹੜਾ ਕੁਦਰਤੀ, ਜਿਵੇਂ ਬੰਦਾ ਆਪਣੇ ਘਰ ਦਾ ਰਾਹ ਪਤਾ ਹੋਵੇ, ਕੁਦਰਤੀ ਉਹਦੇ 'ਤੇ ਚੱਲਿਆ ਜਾਵੇ ਅਤੇ ਘਰ ਪਹੁੰਚ ਜਾਏ, ਸਮਾਂ ਵੀ ਠੀਕ ਲੱਗੇ, ਕੋਈ ਰਾਹ ਦੇ ਵਿੱਚ ਅੜਚਨ ਨਾ ਆਵੇ, ਤਾਂ ਉਹਨੂੰ ਉਹ ਨਗਰ, ਉਹ ਗਲੀ ਠੀਕ ਹੀ ਲੱਗਦੀ ਹੈ। ਪਰ ਜੇ ਕਿਤੇ ਕਾਰਨਵਸ਼ ਆਪਣਾ ਰਾਹ ਭੁੱਲ ਜਾਏ, 3-4 ਗਲੀਆਂ ਦੇ ਵਿੱਚ ਭਟਕਣਾ ਪਵੇ, ਜਿਸ ਗਲੀ ਦੇ ਵਿੱਚ ਗੁਜ਼ਰੇਗਾ ਉਹ ਗਲੀ ਉਹਨੂੰ ਭੈੜੀ ਲੱਗਣ ਲੱਗ ਪਏਗੀ, ਕਿਉਂਕਿ ਉਹ ਭਟਕ ਗਿਆ ਹੈ। ਇਸ ਕਰਕੇ ਉਹ ਜਿਹੜਾ ਗੁਰੂ ਸਾਧਕ ਸੀ, ਜਿਹੜਾ ਅਸਲੀ ਸੀ, ਉਹ ਕਹਿਣ ਲੱਗਾ ਜਿਹੜਾ ਭਰਮ ਗਿਆ ਉਹਦੇ ਲਈ ਮਾਇਆ, ਜਿਹਨੂੰ ਨਹੀਂ ਭਰਮ ਸਕਿਆ ਉਹਦੇ ਲਈ ਮਾਇਆ ਦਾ ਕੋਈ ਅਰਥ ਹੀ ਨਹੀਂ, ਉਹਦੇ ਲਈ ਹੈ ਹੀ ਨਹੀਂ, ਇਹਦਾ ਭਾਵ ਇਹ ਹੈ। ਇਸ ਕਰਕੇ ਮਾਇਆ ਦੇ 2 ਅਰਥ ਮਿਲਦੇ ਨੇ। ਮਾਇਆ ਦਾ ਅਰਥ ਮਿਲਦਾ ਭਰਮ, ਅਤੇ ਮਾਇਆ ਦਾ ਅਰਥ ਮਿਲਦਾ ਹੈ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਦਿਲ ਕਾਤੀ ਗੁੜ ਵਾਤ। ਹੁਣ ਕੁਦਰਤੀ ਹੈ ਇਹ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਿਲ ਕਾਤੀ, ਕਪਟ ਹੁੰਦੇ ਨੇ, ਬੜਾ ਦੇਖਣ 'ਚ ਆਉਂਦਾ। ਮੈਂ ਆਪਣੇ ਜੀਵਨ ਦੇ ਕਿਸੇ ਸਮੇਂ ਚੱਲਿਆ ਕਿ ਚਲੋ ਜੀ ਨਾ ਬੰਦੇ ਬੰਦਗੀ ਵਾਲੇ ਲੱਭਣੇ ਚਾਹੀਦੇ ਨੇ, ਕਿਉਂਕਿ ਇਸ ਸਮੇਂ 'ਚ ਬਹੁਤ ਘਟ ਗਏ ਨੇ। ਤਾਂ ਥੋੜ੍ਹੀ ਜਿਹੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ, ਪਤਾ ਕਰ ਦੇਣਾ, ਹਰ ਬੰਦੇ ਕੋਲ ਪੁੱਛਣਾ ਜੀ ਕਿਤੇ ਤੁਹਾਡੇ ਸੰਪਰਕ 'ਚ ਕੋਈ ਹੋਵੇ। ਤਾਂ ਕੁਦਰਤੀ ਜਿਹਨੇ ਜਿੱਥੇ ਕਿਤੇ ਪਤਾ ਲੱਗਣਾ ਚਲੇ ਜਾਣਾ, ਆਪਣਾ ਸਮਾਂ ਕੱਢਣਾ, ਧਨ ਖਰਚ ਕਰਨਾ, ਹੋਰ ਕਈ ਗੱਲਾਂ। ਤਬ ਜਾ ਕੇ ਬੜੀ ਨਿਰਾਸ਼ਾ ਪੱਲੇ ਪਈ ਬਹੁਤ ਥਾਵਾਂ ਤੋਂ। ਮਤਲਬ ਜਗਤ ਦੇ ਵਿੱਚ ਇਹ ਠੀਕ ਹੈ ਕਿ ਦੁਨਿਆਵੀ ਤਲ 'ਤੇ ਵੀ ਮਿਲਾਵਟ ਬਹੁਤ ਜ਼ਿਆਦਾ ਹੈ, 90% ਤੱਕ ਪਹੁੰਚ ਗਈ ਹੈ। ਪਰ ਹੈਰਾਨਗੀ ਦੀ ਗੱਲ ਹੈ, ਧਰਮ ਦੇ ਵੀ ਸਿਖਰ ਤੱਕ ਪਹੁੰਚੀ ਹੋਈ ਹੈ। ਬਾਹਰ ਦਿਸੈ ਚਾਨਣਾ, ਜਦੋਂ ਕੁਦਰਤੀ ਵਾਰਤਾਲਾਪ ਦੀ, ਕਈ ਤਾਂ ਇੱਥੋਂ ਤੱਕ ਕਿ ਵਾਰਤਾਲਾਪ ਕਰਨ ਲਈ ਵੀ ਰਾਜ਼ੀ ਨਹੀਂ ਹੋਏ। ਹੁਣ ਕੁਦਰਤੀ ਹੈ, ਇੱਕ ਜਿਹਦੇ ਕੋਲੋਂ ਕਿਸੇ ਚੀਜ਼ ਦਾ ਹੁਨਰ ਹੈ, ਉਹਨੂੰ ਜਦੋਂ ਕੰਮ ਦਿਓਗੇ ਠੀਕ ਹੈ, ਉਹਦਾ ਮਨ ਨਾ ਮੰਨੇ, ਪਰ ਉਹ ਜਦ ਕਰੇਗਾ ਤਾਂ ਪਤਾ ਲੱਗ ਜਾਏਗਾ ਕਿਸ ਬੰਦੇ ਕੋਲੋਂ ਹੁਨਰ ਹੈ। ਜਿਨ੍ਹਾਂ ਕੋਲੋਂ ਹੁਣ ਕੁਦਰਤੀ ਕਈ ਵਿਚਾਰ ਕਰਨ ਦੇ ਲਈ, ਅਨੁਭਵ ਦੱਸਣ ਲਈ ਵੀ ਰਾਜ਼ੀ ਨਹੀਂ ਹੋਏ, ਦਾ ਮਤਲਬ ਹੈ ਬਿਲਕੁਲ ਕੋਰੇ ਹਨ, ਪਰ ਬਾਹਰੋਂ ਬੜਾ ਭਰਮ ਬਣਾਇਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਭੇਖ ਦਿਖਾਵੈ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਇਹ ਦੋਹਰਾ ਨੁਕਸਾਨ ਕਰਦੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਹੁਣ ਧਰਮ 'ਤੇ ਚੱਲਣ ਦਾ ਇੱਕ ਠੀਕ ਮਾਰਗ ਵੀ ਬਾਣੀ ਨੇ ਦੱਸਿਆ। ਠੀਕ ਮਾਰਗ ਕੀ ਦੱਸਿਆ ਹੈ? ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਬਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਕਹਿੰਦੇ ਜੋ ਗਿਆਨ ਦੇ ਵਾਕ ਆਪਣੇ ਗੁਰੂ ਦੇ ਪੜ੍ਹੇ ਹਨ, ਪੋਥੀ ਪੁਰਾਣ, ਜੋ ਗੁਰੂ ਦੇ ਜੀਵਨ ਦਾ ਬਿਰਤਾਂਤ ਸੁਣ ਕੇ ਉੱਚੀ ਜੀਵਨ ਦੀ ਹਾਲਤ ਨੂੰ ਸਮਝਿਆ ਹੈ, ਉਹਦੀ ਕਮਾਈ ਕਰ, ਉਹਦੇ ਅਨੁਸਾਰ ਚੱਲ ਕੇ ਦੇਖ ਕਿ ਭਲਾ ਇਹ ਮੇਰੇ ਜੀਵਨ 'ਚ ਸੰਭਵ ਹੋ ਸਕਦਾ ਕਿ ਨਹੀਂ। ਅੱਜ ਜਿਤਨੀਆਂ ਅਸੀਂ ਗੁਰਸਿੱਖਾਂ ਦੇ ਜੀਵਨ ਦੀਆਂ ਸਿੱਧਕ ਭਰੀਆਂ, ਸਮਰਪਣ ਭਰੀਆਂ, ਪ੍ਰੇਮ ਭਰੀਆਂ, ਸੇਵਾ ਭਰੀਆਂ ਵੱਡੀਆਂ ਜਿਹੜੀਆਂ ਸਾਖੀਆਂ ਸੁਣਦੇ, ਉਹਨਾਂ ਦਾ ਅਨੁਭਵ ਕੀ ਹੈ ਕਿ ਉਹਨਾਂ ਨੇ ਉਸ ਪੱਧਰ 'ਤੇ ਜਾ ਕੇ ਕਿਹਾ ਕਿ ਇਹਦੇ ਵਿੱਚ ਬੜਾ ਆਨੰਦ ਹੈ ਜਾਂ ਇਹਦੇ ਵਿੱਚ ਬੜਾ ਟਿਕਾਅ ਹੈ। ਅਤੇ ਉਹਨੂੰ ਸੁਣਨ ਦਾ ਭਾਵ ਹੈ ਕਿ ਉਸ ਤਰ੍ਹਾਂ ਦੀ ਪ੍ਰੇਰਣਾ ਸਾਡੇ ਅਮਲ 'ਚ ਬਣੇ, ਅਤੇ ਅਸੀਂ ਥੋੜ੍ਹਾ ਜਿਹਾ ਉਸ ਤਰਫ ਚੱਲਣ ਦਾ ਯਤਨ ਕਰੀਏ ਕਿ ਵਾਕਿਆ ਉਹਨਾਂ ਦਾ ਇਹ ਗੱਲ 'ਚ ਕਹਿਣ ਕਿੰਨਾ ਕੁ ਤੱਤ ਹੈ ਕਿ ਇਸ ਤਰ੍ਹਾਂ ਦੀ ਕਮਾਈ ਦੇ ਵਿੱਚ ਬੜਾ ਆਨੰਦ ਹੈ। ਤਾਂ ਬਾਬਾ ਬਾਣੀ ਕਹਿੰਦੀ ਹੈ, ਪੋਥੀ ਪੁਰਾਣ ਕਮਾਈ ਹੈ। ਜੋ ਵੀ ਧਰਮ ਦਾ ਸਤ ਉਪਦੇਸ਼ ਸਤਿਗੁਰੂ ਨੇ ਦਿੱਤਾ ਹੈ, ਉਹਨੂੰ ਜੀਵਨ ਦੇ ਵਿੱਚ ਹਰ ਇੱਕ ਨੁਕਤੇ ਤੋਂ ਧਾਰਨ ਦਾ ਕੋਸ਼ਿਸ਼ ਕਰ। ਭਉ ਵੱਟੀ ਇਤ ਤਨ ਪਾਈਆ, ਤਾਂ ਇੱਕ ਡਰ ਵਿੱਚ, ਇੱਕ ਜਬਤ ਵਿੱਚ, ਇੱਕ ਖਾਸ ਤਰ੍ਹਾਂ ਦੇ ਦਾਇਰੇ ਵਿੱਚ ਰਹਿ ਕੇ ਉਹਦੀ ਭਗਤੀ ਕਰ। ਸੱਚ ਬੂਝਣ ਆਣ ਜਲਾਈਐ, ਤੈਨੂੰ ਦੁਨੀਆ ਕਹੀ ਜਾਵੇ ਜੀ ਸਿਮਰਨ 'ਚ ਬੜਾ ਆਨੰਦ ਹੈ, ਬਾਣੀ ਪੜ੍ਹਨ ਦੇ ਨਾਲ ਬੜੇ ਹੁਲਾਰੇ ਆਉਂਦੇ ਨੇ, ਸੇਵਾ ਦੇ ਨਾਲ ਅੰਦਰੋਂ ਹਉਮੈ ਕੱਟੀ ਜਾਂਦੀ ਹੈ, ਸੁਣੀ ਜਾਂ ਕੋਈ ਗੱਲ ਨਹੀਂ, ਪਰ ਤੂੰ ਆਪਣੇ ਬੁੱਝਣ ਵਿੱਚ ਇਹਨੂੰ ਪਾ ਕਿ ਤੂੰ ਸੇਵਾ ਨਾਲ ਆਪਣੀ ਹਉ ਨੂੰ ਕਿਵੇਂ ਕੱਟਿਆ। ਤੂੰ ਆਪ ਸਿਮਰਨ ਦੇ ਅਭਿਆਸ ਨਾਲ ਆਪਣੇ ਅੰਦਰ ਦੇ ਚੌਵਾਂ ਪੱਧਰਾਂ ਨੂੰ ਕਿਵੇਂ ਸ਼ਾਂਤ ਕੀਤਾ ਹੈ। ਕਹਿੰਦੇ ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ। ਜਦੋਂ ਖੁਦ ਕਮਾਈ ਹੋਈ ਗੱਲ ਦਾ ਅਨੁਭਵ ਮਾਣੇਗਾ
ਤਾਂ ਫਿਰ ਜਾ ਕੇ ਤੈਨੂੰ ਪਤਾ ਲੱਗੇਗਾ ਕਰ ਚਾਨਣ ਸਾਹਿਬ ਤਉ ਮਿਲਿਆ, ਕਿਉਂਕਿ ਤੂੰ ਪਹਿਲਾਂ ਖੁਦ ਬੁੱਝ ਲਿਆ ਹੈ ਅਤੇ ਖੁਦ ਬੁੱਝੇ ਨਾਲ ਦੂਜੇ ਦੇ ਜੀਵਨ ਦੀ ਰਹਿਨੁਮਾਈ ਕਰ ਰਿਹਾ ਅਤੇ ਯਕੀਨਨ ਠੀਕ ਰਸਤਾ ਦੱਸੇਗਾ ਅਤੇ ਦੁਨੀਆ ਦੇ ਵਿੱਚ ਚਾਨਣ ਫੈਲੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਬਾਹਰ ਦਿਸੈ ਚਾਨਣਾ, ਬਾਹਰ ਤਾਂ ਬੜਾ ਉੱਜਲ ਵੇਸ ਨਜ਼ਰ ਆਉਂਦਾ, ਦਿਲ ਅੰਧਿਆਰੀ ਰਾਤ। ਇਸ ਕਰਕੇ ਦੇਖ ਲਿਓ ਧਰਮ ਦੀਆਂ ਬੜੀਆਂ ਕੁਦਰਤੀ ਹੈ। ਇੱਕ ਹੋਰ ਨੁਕਤਾ ਰੱਖਦੇ ਹਾਂ, ਕਦੇ ਧਰਮ ਦੇ ਵਿੱਚ ਕਿਸੇ ਵੱਡਾ ਜਿਹੜਾ ਕਥਨੀ ਵਾਲਾ ਵੀ ਕੋਈ ਬੰਦਾ ਹੋਏਗਾ, ਵੱਡੇ ਸੀਰੀਅਸ ਪ੍ਰਸ਼ਨਾਂ ਦੀ ਲੰਬੀ ਬਹਿਸ ਉਹਦੇ ਨਾਲ ਲੈ ਜਾਣਾ, ਪਤਾ ਲੱਗ ਜਾਏਗਾ। ਉਹ ਚੀਜ਼ਾਂ ਦਾ ਰੋਲ ਘਚੋਲਾ ਬਣਾ ਦੇਗਾ, ਦੱਸੇਗਾ ਨਹੀਂ ਕਿ ਆਹ ਚੀਜ਼ ਕਿਹਦੇ ਤੋਂ ਪ੍ਰਭਾਵਿਤ ਹੁੰਦੀ ਆ, ਕਿਹਦੇ ਤੋਂ ਹੁੰਦੀ ਹੈ। ਕੁਦਰਤਨ ਅਸੀਂ ਕਥਾ ਦਾ ਇਤਨਾ ਬਿਰਤਾਂਤ ਸੁਣਦੇ ਹਾਂ, ਕਿਸੇ ਪੱਖ ਦੀ ਸਪਸ਼ਟਤਾ ਨਹੀਂ, ਉਹਨੂੰ ਸ਼ਰਧਾ ਦੇ ਗਲਾਫ 'ਚ ਪਾ ਕੇ ਤੇ ਗੋਲ ਮੋਲ ਕਰ ਦਿੱਤਾ ਜਾਂਦਾ ਹੈ। ਅੰਦਰਲੇ ਦੀ ਜਗਿਆਸਾ ਹੀ ਨਹੀਂ ਬਣ ਦਿੱਤੀ ਜਾਂਦੀ ਕਿ ਬਾਹਰ ਦਿਸੈ ਚਾਨਣਾ ਦਾ ਮਤਲਬ ਕੀ ਹੈ, ਕਿ ਬਾਹਰੋਂ ਚਮਕ ਰਿਹਾ ਦਿਲ ਅੰਧਿਆਰੀ ਰਾਤ, ਅਤੇ ਇਹ ਉਦੋਂ ਹੀ ਪਤਾ ਲੱਗੇਗਾ। ਹੁਣ ਕੁਦਰਤੀ ਹੈ, ਕੋਈ ਕਮਰਾ ਹੋਵੇ, ਉਹਦੇ ਇਕੱਲਾ ਜਿਹਾ ਹੋਵੇ, ਸਾਰੀਆਂ ਖਿੜਕੀਆਂ ਦਰਵਾਜ਼ੇ ਬੰਦ ਹੋਣ, ਦਿਨ ਚੜ੍ਹਿਆ ਹੋਵੇ, ਉਹਦੇ ਅੰਦਰ ਪ੍ਰਕਾਸ਼ ਜਾਣ ਦਾ ਕੋਈ ਛੋਟਾ ਜਿਹਾ ਵੀ ਛੇਕ ਮੌਜੂਦ ਨਾ ਹੋਵੇ। ਹੁਣ ਗੱਲ ਤਾਂ ਸਮਝ ਆ ਗਈ ਨਾ ਕਿ ਦਿਨ ਚੜ੍ਹਿਆ, ਕੋਠੇ ਦੇ ਆਲੇ ਦੁਆਲੇ ਸਾਰਾ ਪ੍ਰਕਾਸ਼ ਹੀ ਪ੍ਰਕਾਸ਼ ਹੈ, ਪਰ ਉਹਦੇ ਅੰਦਰ ਹਨੇਰਾ ਪਿਆ ਹੋਇਆ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਦਿਲ ਅੰਧਿਆਰੀ ਰਾਤ ਦਾ ਮਤਲਬ ਹੈ ਕਿ ਇਹ ਸਮਝ ਰਿਹਾ। ਇਹਦੇ ਵਿੱਚ ਇੱਕ ਹੋਰ ਵੀ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਕਿ ਦਿਲ ਅੰਧਿਆਰੀ ਰਾਤ ਦਾ ਮਤਲਬ ਇਹ ਸਮਝਦਾ ਕਿ ਮੈਂ ਧਰਮ ਦਾ ਉੱਜਲ ਵੇਸ ਧਾਰਨ ਕਰ ਲਿਆ, ਲੋਕ ਸ਼ਾਇਦ ਮੈਨੂੰ ਰਤਨ ਹੀ ਗਿਣ ਰਹੇ ਨੇ। ਕਹਿੰਦੇ ਇਹਦੇ ਮਨ 'ਚ ਹੀ ਭਰਮ ਹੈ, ਪਰ ਮਾਨਵਤਾ ਫਿਰ ਵੀ ਸੁਚੇਤ ਹੋ ਜਾਂਦੀ ਹੈ। ਹੁਣ ਜਿਹਨੂੰ ਇੱਕ ਵਾਰੀ ਕਿਸੇ ਧਾਰਮਿਕ ਬੰਦੇ ਕੋਲੋਂ ਸ਼ੋਸ਼ਣ ਵਾਲਾ ਕੋਈ ਵਾਹ ਵਾਸਤਾ ਪੈ ਗਿਆ, ਉਹ ਤਾਂ ਜ਼ਿੰਦਗੀ ਭਰ ਸਤਰਕ ਹੋ ਜਾਂਦਾ ਹੈ। ਇਸ ਕਰਕੇ ਬੜੇ ਇਨਸਾਨ ਮਿਲਣਗੇ ਜਿਹੜੇ ਅੱਜ ਕੱਲ੍ਹ ਧਾਰਮਿਕ ਬੰਦਿਆਂ ਦੇ ਬਾਰੇ ਬੜੇ ਸੰਦੇਹੀ ਹੁੰਦੇ ਹਨ, ਕੁਦਰਤੀ ਸਾਨੂੰ ਵੀ ਮਿਲਦੇ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਾਡਾ ਹੀ ਭਰਮ ਹੈ, ਜਾਂ ਇੱਕ ਪਖੰਡ ਕਰਨ ਵਾਲੇ ਦਾ ਭਰਮ ਹੈ ਕਿ ਸਾਰੇ ਮੇਰੇ ਪਾਖੰਡ ਦੀ ਮਾਰ ਵਿੱਚ ਆ ਜਾਣਗੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਐਸਾ ਨਹੀਂ ਹੈ। ਅਸਲ 'ਚ ਇਸ ਕਰਕੇ ਜੀਵਨ ਹੈ ਕੰਨ ਮੁਸੱਲਾ ਸੂਫ ਗੱਲ। ਇਬਾਦਤ ਕੋਈ ਦਿਖਾਵੇ ਦਾ ਵਿਸ਼ਾ ਨਹੀਂ ਹੈ, ਇਬਾਦਤ ਕਿਸੇ ਤਰ੍ਹਾਂ ਦੀ ਭਰਮਾਉਣ ਵਾਲੀ ਗੱਲ ਨਹੀਂ ਹੈ। ਮੈਂ ਬੜਾ ਹੈਰਾਨ ਹੁੰਦਾ ਕਈ ਦਫਾ ਜੀਵਨ ਦੇ ਵਿੱਚ, ਇੱਕ ਸਿਆਣਿਆਂ ਨੇ ਅਖੌਤ ਚੱਲਦੀ ਹੈ ਕਿ ਭੋਜਨ ਅਤੇ ਭਜਨ ਇਹ 3-4 ਚੀਜ਼ਾਂ ਨਾ ਪਰਦੇ 'ਚ ਹੋਣੀਆਂ ਚਾਹੀਦੀਆਂ, ਇੱਕ ਕਹਾਵਤ ਚੱਲਦੀ। ਪਰ ਹੈਰਾਨਗੀ ਦੀ ਗੱਲ ਹੈ, ਸਵੇਰੇ ਕਿਤਨਾ ਸਮਾਂ ਸਾਧਨਾ ਕੀਤੀ ਹੈ, ਦਿਨ ਦੇ ਵਿੱਚ 50 ਵਾਰੀ ਜ਼ਿਕਰ ਕਰਦਾ। ਕਿਤਨਾ ਧਰਮ ਦੇ ਕੋਈ ਇੱਕ ਅੱਧੇ ਕਰਮ ਦੀ ਕਮਾਈ ਕਰ ਲਈ, ਚਾਹੇ ਦਾਨ, ਚਾਹੇ ਸੇਵਾ, ਚਾਹੇ ਸਤਸੰਗਤ, ਉਹਦਾ ਵੀ ਬਾਕਾਇਦਾ ਜ਼ਿਕਰ ਹੈ। ਕੁਦਰਤੀ ਹੈ। ਹੁਣ ਇਸ ਕਰਕੇ ਦੇਖੋ ਕਦੇ ਦੇਖਣਾ, ਮੈਂ ਕਈ ਵਾਰੀ ਇੱਕ ਦਿਨ ਬਾਣੀ ਪੜ੍ਹਦਾ ਸੀ, ਕੁਦਰਤੀ ਖਿਆਲ ਇਸ ਤਰ੍ਹਾਂ ਦਾ ਆਇਆ ਕਿ ਜ਼ਿੰਦਗੀ ਕੰਜੂਸ ਵਾਂਗ ਜਿਉਣੀ ਚਾਹੀਦੀ ਹੈ। ਕੰਜੂਸ ਬੰਦਾ ਇਕੱਲਾ ਬੈਠਾ ਵੀ ਧਨ ਗਿਣੇ ਨਾ ਤਾਂ ਉਹ ਦਰਵਾਜ਼ਾ ਬੰਦ ਕਰ ਲੈਂਦਾ, ਪਤਾ ਵੀ ਘਰ ਦੇ ਵਿੱਚ ਕੋਈ ਨਹੀਂ ਹੈ ਤਾਂ ਵੀ ਉਹ ਦਰਵਾਜ਼ਾ ਬੰਦ ਕਰ ਲੈਂਦਾ, ਲਾਈਟ ਬੰਦ ਕਰ ਲੈਂਦਾ, ਉਹਨੂੰ ਪਤਾ ਵੀ ਇੱਥੇ ਨਹੀਂ ਹੈ। ਉਹਦੇ ਅੰਦਰ ਦੀ ਕੰਜੂਸੀ ਇਹ ਦੱਸਦੀ ਹੈ। ਕਹਿੰਦੇ ਧਰਮ ਦੀ ਸਾਧਨਾ ਵੀ ਇਵੇਂ ਹੋਣੀ ਚਾਹੀਦੀ, ਜਿਹੜਾ ਕਰਮ ਕੀਤਾ ਹੈ ਉਹ ਖੁਦ ਨੂੰ ਮਾਲੂਮ ਹੋਵੇ ਅਤੇ ਮਾਲੂਮ ਵੀ ਉਸ ਹਿੱਸੇ ਵਿੱਚ ਹੋਵੇ ਜਿੱਥੇ ਹਉਮੈ ਨਾ ਹੋਵੇ, ਜਿੱਥੇ ਬਸ ਇਹ ਹੋਵੇ ਕਿ ਇਹ ਕਰਮ ਕੀਤਾ, ਬਸ ਗੱਲ ਮੁੱਕੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਧਰਮ ਦਾ ਵੇਸ ਉੱਜਲ ਹੈ ਅਤੇ ਇਹਦੇ ਨਾਲ ਮਾਣ ਮਿਲ ਜਾਂਦਾ ਹੈ, ਪਰ ਜਿਹੜੇ ਧਰਮ ਦੇ ਵੇਸ ਦੇ ਬਰਾਬਰ ਆਪਣਾ ਆਤਮਿਕ ਜੀਵਨ ਨਹੀਂ ਕਮਾਉਂਦੇ, ਉਹ ਫਿਰ ਦੁਨੀਆ ਦੇ ਵਿੱਚ ਖੁਆਰ ਹੁੰਦੇ ਹਨ। ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਹੁਣ ਬਾਬਾ ਫਰੀਦ ਸਾਹਿਬ ਜੀ ਭਗਤੀ ਮਾਰਗ 'ਤੇ ਚੱਲਦਿਆਂ, ਬੰਦਗੀ ਮਾਰਗ 'ਤੇ ਚੱਲਦਿਆਂ, ਬਿਰਹੇ ਦੇ ਵਿੱਚੋਂ ਗੁਜ਼ਰ ਕੇ ਜਿਹੜੇ ਪ੍ਰੀਤਮ ਦੇ ਮਿਲਾਪ ਵਿੱਚ ਪੂਰੀ ਤਰ੍ਹਾਂ ਭੇਦ ਹੋ ਗਏ ਹਨ, ਜਿਹੜੇ ਰੱਬੀ ਰੂਪ ਹੋ ਗਏ ਹਨ, ਬਾਬਾ ਫਰੀਦ ਸਾਹਿਬ ਜੀ ਉਹਨਾਂ ਦੀ ਜੀਵਨ ਅਵਸਥਾ ਦਾ ਬਿਆਨ ਕਰਦੇ ਹਨ। ਫਰੀਦਾ ਰੱਤੀ ਰਤ ਨਾ ਨਿਕਲੈ, ਕਿ ਜਿਹੜੇ ਰੱਬੀ ਰੰਗ ਵਿੱਚ ਰੱਤੇ ਹਨ ਉਹਨਾਂ ਦੇ ਤਨ ਨੂੰ ਚੀਰਿਆ ਜਾਵੇ ਤਾਂ ਉਹਦੇ ਵਿੱਚੋਂ ਰਕਤ ਖੂਨ ਨਹੀਂ ਨਿਕਲਦਾ। ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ, ਕਿ ਜਿਹੜੇ ਤਨ ਪਰਮੇਸ਼ਰ ਨਾਲ ਰੱਤੇ ਗਏ ਹਨ ਉਹਨਾਂ ਦੇ ਵਿੱਚ ਲਹੂ ਨਹੀਂ ਹੁੰਦਾ। ਐਸਾ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ। ਹੁਣ ਇਸ ਤੋਂ ਅੱਗੇ ਨਾਲ ਹੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਲੋਕ ਹੈ, ਪਰ ਪਹਿਲਾਂ ਇਹਦਾ ਅਨੁਭਵ ਸਾਂਝਾ ਕਰਦੇ ਹਾਂ। ਹੁਣ ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਹੈ ਜੋ ਤਨ ਰੱਤੇ ਰੱਬ ਸਿਉ, ਹੁਣ ਕੁਦਰਤੀ ਹੈ ਆਪ ਜੀ ਬਾਣੀ ਦੇ ਵਿੱਚ ਪੜ੍ਹਦੇ ਹੋ, ਇੱਕ ਬਾਣੀ ਦੇ ਵਿੱਚ ਬੜਾ ਵੱਡਾ ਅਨੁਭਵ ਆਉਂਦਾ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ।
ਹੁਣ ਅਸੀਂ ਅੱਜ ਤੱਕ ਇਸ ਤਰ੍ਹਾਂ ਦੀ ਵੱਡੀ ਰੂਹ ਦੇ ਸ਼ਾਇਦ ਹੀ ਕਿਤੇ ਦਰਸ਼ਨ ਕੀਤੇ ਹੋਣ ਕਿ ਜਿਹੜੀ ਰੱਬ ਦਾ ਨਾਂ ਲੈਣ ਤੋਂ ਬਿਨਾਂ ਉਹਦੀ ਹਾਲਤ ਮਰਨ ਵਾਲੀ ਹੋ ਜਾਂਦੀ ਹੋਵੇ। ਨਹੀਂ, ਸਾਨੂੰ ਐਸੀ ਨਹੀਂ ਮਿਲਾਪ ਹੋਇਆ ਹੋਏਗਾ ਕਦੇ, ਪਰ ਸਤਿਗੁਰੂ ਸਾਹਿਬਾਨਾਂ ਨੇ ਅਨੁਭਵ ਬਾਣੀ 'ਚ ਦਾਖਲ ਕੀਤਾ ਅਤੇ ਜ਼ਰੂਰ ਗੁਰੂ ਸਾਹਿਬਾਨਾਂ ਦਾ ਬਿਲਕੁਲ ਸੱਚ ਹੈ ਕਿ ਉਹਨਾਂ ਦਾ ਜੀਵਨ ਅਨੁਭਵ ਇਸ ਤਰ੍ਹਾਂ ਦਾ ਰਿਹਾ ਹੋਏਗਾ। ਪਰ ਇਹ ਨਹੀਂ ਦੇਖਿਆ, ਇਹਦਾ ਉਲਟ ਅਸੀਂ ਦੇਖਿਆ ਹੋਇਆ ਹੈ। ਕੀ ਦੇਖਿਆ ਹੋਇਆ ਹੈ? ਇਹ ਕਮਲੀ ਨਸ਼ੇ ਦੇ ਵਿੱਚ ਗ੍ਰਸਤ ਹੁੰਦਾ ਹੈ। ਜਿਸ ਦਿਨ ਕਦੇ ਉਹਦਾ ਨਸ਼ੇ ਤੋਂ ਤੋੜ ਬਣਦੀ ਹੈ ਜਾਂ ਪ੍ਰਾਪਤੀ ਸੰਭਵ ਨਹੀਂ ਹੁੰਦੀ, ਉਹਦੀ ਹਾਲਤ ਆਪ ਸਾਰੇ ਜਾਣਦੇ ਹੋ। ਝਗੜਾ ਵੀ ਕਰਦਾ ਹੈ, ਮੰਦਾ ਵੀ ਬੋਲਦਾ ਹੈ, ਅਪਰਾਧ ਕਰਨ 'ਤੇ ਵੀ ਉਤਾਰੂ ਹੋ ਜਾਂਦਾ ਹੈ, ਬਹੁਤ ਤਰ੍ਹਾਂ ਦੀ ਛਟਪਟਾਹਟ ਵੀ ਕਰਦਾ ਹੈ। ਇੱਕ ਅਸੀਂ ਭਗਤੀ ਦਾ ਅਜੇ ਨਹੀਂ ਦੇਖਿਆ, ਚਲੋ ਹੋਰ ਬਾਤ ਹੈ। ਇੱਕ ਆਮ ਨਿਮਨ ਕਿਸਮ ਦਾ ਦੇਖਿਆ ਕਿ ਇੱਕ ਦੀ ਹਾਲਤ ਕਿਵੇਂ ਭਿਆਨਕ ਹੋ ਜਾਂਦੀ ਹੈ। ਹੁਣ ਬਾਣੀ ਦੇ ਵਿੱਚ ਆਖਾਂ ਜੀਵਾ ਵਿਸਰੈ ਮਰ ਜਾਓ, ਭਾਵ ਕਿ ਜਿੰਨਾ ਚਿਰ ਮਾਲਕ ਦਾ ਨਾਮ ਉਚਾਰਦਾ ਉਹਨਾਂ ਚਿਰ ਜਿਉਂਦਾ ਹਾਂ, ਜਦੋਂ ਨਹੀਂ ਆਖਦਾ ਮਰ ਜਾਣਾ। ਹੁਣ ਇੱਥੇ ਮਰ ਜਾਣ ਦਾ ਭਾਵ ਬੜਾ ਸੂਖਮ ਹੈ। ਹੁਣ ਜਿਵੇਂ ਕੁਦਰਤੀ ਹੈ, ਮਰ ਜਾਣ ਦਾ ਮਤਲਬ ਕੀ ਹੁੰਦਾ? ਬੰਦੇ 'ਚ ਕੋਈ ਹਰਕਤ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਬੰਦਾ ਪਰਮੇਸ਼ਰ ਦੀ ਬੰਦਗੀ, ਉਹਦੇ ਨੇਹੋਂ ਤੋਂ, ਉਹਦੇ ਪ੍ਰੇਮ ਤੋਂ ਟੁੱਟ ਜਾਂਦਾ ਹੈ, ਉਹਦੇ ਜੀਵਨ ਵਿੱਚ ਪਰਮੇਸ਼ਰ ਦੀ ਕਲਾ ਵਾਲੀ ਜਿੰਨੀ ਗੁਣਾਂ ਦੀ ਤਰਬੀਅਤ ਹੈ ਸਾਰੀ ਮਰ ਜਾਂਦੀ ਹੈ। ਹੁਣ ਦੁਨੀਆ ਦੇ ਵਿੱਚ ਬਹੁਤਾ ਧਰਮ ਕਿਉਂ ਨਹੀਂ ਸੰਭਵ ਹੋ ਰਿਹਾ? ਬੰਦੇ ਮਰੇ ਹੋਏ ਨੇ, ਉਹ ਦਇਆ ਦੇ ਗੁਣ ਨੂੰ ਕਮਾ ਹੀ ਨਹੀਂ ਸਕਦੇ, ਕਿਉਂਕਿ ਦਇਆ ਦਾ ਗੁਣ ਮਰ ਚੁੱਕਿਆ ਉਹਨਾਂ ਦੇ ਅੰਦਰੋਂ। ਦੁਨੀਆ ਦੇ ਵਿੱਚ ਅਪਰਾਧ ਕਿਉਂ ਨਹੀਂ ਘਟ ਰਿਹਾ? ਕਿ ਧਰਮ ਦਾ ਸਦਗੁਣ ਖਿਮਾ ਮਰ ਰਹੀ ਹੈ। ਦੁਨੀਆ ਦੇ ਵਿੱਚ ਝਗੜਾ ਪਰਤ ਦਰ ਪਰਤ ਕਿਉਂ ਵੱਧਦਾ ਜਾ ਰਿਹਾ ਹੈ? ਕਿ ਅਜਰ ਨੂੰ ਜਰਨ ਵਾਲੀ ਗੱਲ ਮਨੁੱਖ ਛੱਡ ਚੁੱਕਾ ਹੈ। ਦੁਨੀਆ ਦੇ ਵਿੱਚ ਵਕਾਰ ਕਿਉਂ ਵੱਧ ਰਿਹਾ ਹੈ? ਬੰਦੇ ਨੇ ਆਪਣੀ ਇੰਦਰੀਆਂ ਦਾ ਸੰਜਮ ਜਿਹੜਾ ਹੈ ਬੇਲਗਾਮ ਕਰ ਦਿੱਤਾ ਹੈ। ਦੁਨੀਆ ਦੇ ਵਿੱਚ ਪਦਾਰਥਾਂ ਦੀ ਹੋੜ ਕਰਕੇ ਵੱਡੇ ਵੱਡੇ ਅਪਰਾਧ, ਚੋਰੀ ਆਦਿ ਕਿਉਂ ਵਾਪਰ ਰਹੀ ਹੈ? ਬੰਦੇ ਨੂੰ ਤਿਆਗ ਦੀ, ਸਬਰ ਸੰਤੋਖ ਦੀ ਸਾਧਨਾ ਹੀ ਭੁੱਲ ਗਈ ਹੈ। ਇਸ ਕਰਕੇ ਕਿਹਾ ਆਖਾਂ ਜੀਵਾਂ ਵਿਸਰੈ ਮਰ ਜਾਓ। ਬੱਚੇ ਨੂੰ ਇੱਕ ਵਾਰੀ ਛਟਕ ਦਈਏ ਨਾ ਕਿ ਖਿਡੌਣਾ ਨਹੀਂ ਦੇਣਾ, ਉਹ 2 ਮਿੰਟ ਰੋ ਕੇ ਚੁੱਪ ਹੋ ਜਾਂਦਾ ਹੈ, ਉਹ ਨੁੱਕਰ 'ਚ ਰੁੱਸ ਕੇ ਬਹਿ ਜਾਂਦਾ ਪਰ ਰੌਲਾ ਨਹੀਂ ਪਾਉਂਦਾ ਕਿ ਮੈਨੂੰ ਪਦਾਰਥ ਕਿਉਂ ਨਹੀਂ ਦਿੱਤਾ। ਆ ਬੰਦੇ ਨੂੰ ਆਪਣੇ ਯਤਨ ਦੇ ਬਾਵਜੂਦ ਨਾ ਮਿਲੇ, ਕਹਿੰਦਾ ਨਜਾਇਜ਼ ਢੰਗ ਨਾਲ ਪ੍ਰਾਪਤ ਕਰ ਲਵਾਂਗੇ। ਕੁਦਰਤੀ ਅੰਦਰੋਂ ਮਰ ਚੁੱਕਿਆ। ਇਸ ਕਰਕੇ ਆਖਾਂ ਜੀਵਾ ਦਾ ਮਤਲਬ ਜਿੰਨਾ ਚਿਰ ਬੰਦਾ ਪਰਮੇਸ਼ਰ ਦੇ ਪੂਰਨ ਰੂਪ ਨਾਲ ਕਨੈਕਟਡ ਰਹਿੰਦਾ ਹੈ, ਮਾਇਆ ਇਹਦੇ ਅੰਦਰ ਦਖਲ ਨਹੀਂ ਦਿੰਦੀ, ਅਤੇ ਇਹ ਧਰਤੀ ਦੇ ਲਈ ਠੀਕ ਬਣਿਆ ਰਹਿੰਦਾ ਹੈ। ਜਦੋਂ ਇਹਦੇ ਅੰਦਰੋਂ ਜਿਵੇਂ ਉਹ 12 ਮਾਹ ਦੀ ਬਾਣੀ 'ਚ ਵਾਕ ਆਉਂਦਾ ਨਾ, ਕਿਸੇ ਨੇ ਪੁੱਛਿਆ ਜੀ ਵੀ ਜਿਹੜੇ ਬੰਦੇ ਬਾਣੀ ਨਹੀਂ ਪੜ੍ਹਦੇ, ਫਿਰ ਉਹ ਕਈ ਵਾਰੀ ਦੇਖਿਆ ਚੰਗੇ ਭਲੇ ਤੁਰੇ ਫਿਰਦੇ ਨੇ, ਅਤੇ ਫਿਰ ਉਸ ਵਾਕ ਦਾ ਕੀ ਅਰਥ ਹੈ? ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਉਹਦਾ ਰੋਗ ਭਾਵ ਹੈ ਕਿ ਉਹਦੇ ਅੰਦਰੋਂ ਜਿਹੜਾ ਪਰਮੇਸ਼ਵਰੀ ਸਰੂਪ ਹੈ, ਜਿਹਨੂੰ ਧਾਰਨ ਕਰਕੇ ਜਗਤ 'ਤੇ ਆਇਆ ਸੀ, ਉਹ ਹੁਣ ਨਿਕਲ ਚੁੱਕਿਆ ਹੈ, ਅਤੇ ਉਹਦੀ ਜਗ੍ਹਾ ਹਉਮੈ ਨੇ ਇੱਕ ਥਾਂ ਬਣਾ ਲਿਆ। ਅਤੇ ਹੁਣ ਉਹਦੇ ਜੀਵਨ ਦੇ ਜਿਤਨੇ ਵਿਪਰੀਤ ਕਰਮ ਨੇ ਉਹ ਸਾਰੇ ਉਹਦਾ ਰੋਗ ਹੀ ਨੇ। ਕੁਦਰਤੀ ਹੈ, ਗਾਂ ਮਾਸ ਨਹੀਂ ਖਾਂਦੀ, ਸ਼ੇਰ ਘਾਹ ਨਹੀਂ ਖਾਂਦਾ, ਪਰ ਬੰਦਾ ਸਾਰਾ ਕੁਝ ਖਾਈ ਜਾ ਰਿਹਾ। ਇਹਦਾ ਕਾਰਨ ਕੀ ਹੈ? ਕਿ ਇਹ ਪਸ਼ੂ ਤੋਂ ਵੀ ਗੁਜ਼ਰ ਗਿਆ, ਬੰਦੇ ਤੋਂ ਵੀ ਗੁਜ਼ਰ ਗਿਆ, ਕੁਝ ਹੁਣ ਹੋਰ ਹੀ ਬਣ ਗਿਆ ਹੈ, ਮਾਇਆ ਦਾ ਪੁਤਲਾ ਬਣ ਗਿਆ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਅੱਜ ਦੇ ਸਲੋਕ 'ਚ ਇਹ ਅਨੁਭਵ ਕੀਤਾ ਹੈ, ਜੋ ਤਨ ਰੱਤੇ ਰੱਬ ਸਿਉ। ਹੁਣ ਤਨ ਦਾ ਭਾਵ ਹੁਣ ਜੀਵਨ ਬਣੇਗਾ ਸਰੀਰ ਦੇ ਨਾਲ, ਪਰ ਸਰੀਰ ਬਣੇਗਾ ਅੱਗੇ ਪ੍ਰਾਣ ਦੇ ਨਾਲ, ਅਤੇ ਪ੍ਰਾਣ ਬਣੇਗਾ ਅੱਗੇ ਆਤਮਾ ਦੇ ਨਾਲ, ਅਤੇ ਆਤਮਾ ਪਰਮੇਸ਼ਰ ਦੀ ਵੱਡੀ ਹਸਤੀ ਦਾ ਇੱਕ ਅੰਸ਼ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਤਨ ਰੱਤੇ ਰੱਬ ਸਿਉ, 3 ਤਨ ਰਤ ਨਾ ਹੋਏ। ਇਹ ਉਹਨਾਂ ਦੇ ਅਨੁਭਵ ਦਾ ਬਿਆਨ ਹੈ ਨਾ। ਉਹਨਾਂ ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ, ਇੰਝ ਹੀ ਇਸੇ ਸੁਰ 'ਚ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਜੋ ਤਨ ਰੱਤੇ ਰੱਬ ਸਿਉ, 3 ਤਨ ਰਤ ਨਾ ਹੋਏ। ਹੁਣ ਬਿਨਾਂ ਆਖਣ ਦੇ ਨਾਲ ਕੋਈ ਰੱਬ ਦਾ ਨਾਮ ਲੈਣ ਤੋਂ ਬਿਨਾਂ ਮਰਤਾ ਨਹੀਂ ਜਾਂਦਾ, ਉਹਦੇ ਸਾਥ ਨਹੀਂ ਖਤਮ ਹੋ ਜਾਂਦੇ। ਪਰ ਮਤਲਬ ਕੀ ਹੈ ਕਿ ਅੰਦਰੋਂ ਜਿਹੜਾ ਪਵਿੱਤਰਤਾ ਭਰਿਆ ਆਤਮਿਕ ਜੀਵਨ ਹੁੰਦਾ ਉਹ ਮਰ ਜਾਂਦਾ ਹੈ ਬੰਦੇ ਦਾ, ਅਤੇ ਫਿਰ ਉਹਦਾ ਬਾਕੀ ਜੀਵਨ ਕੋਈ ਅਰਥ ਨਹੀਂ ਰਹਿੰਦਾ। ਇਸ ਕਰਕੇ ਗੁਰੂ ਬਾਬਾ ਫਰੀਦ ਸਾਹਿਬ ਜੀ ਕਹਿੰਦੇ 3 ਤਨ ਰਤ ਨਾ ਹੋਏ। ਜਿਹੜੇ ਰੱਬੀ ਪ੍ਰੇਮ ਦੇ ਵਿੱਚ ਫਨਾਹ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮੁਰਸ਼ਦ ਦੇ ਚਰਨਾਂ 'ਤੇ ਆਪਣੇ ਆਪ ਨੂੰ ਪੂਰਾ ਸਮਰਪਣ ਕਰ ਦਿੱਤਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ 3 ਤਨ ਰਤ ਨਾ ਹੋਏ। ਉਹਨਾਂ ਦਾ ਮਤਲਬ ਉਹਨਾਂ ਦੀ ਜ਼ਿੰਦਗੀ ਦਾ ਆਧਾਰ, ਉਹਨਾਂ ਦੇ ਸਰੀਰ ਦਾ ਆਧਾਰ ਖੂਨ ਨਹੀਂ ਰਹਿ ਜਾਂਦਾ। ਠੀਕ ਹੈ, ਸਰੀਰ ਦੀ ਸੰਰਚਨਾ ਚੱਲਣ ਲਈ ਖੂਨ ਕਿਰਿਆ ਰੂਪ ਦੇ ਵਿੱਚ ਚੱਲਦਾ ਰਹਿੰਦਾ, ਨਾੜੀਆਂ ਸਾਰੇ ਸਰੀਰ 'ਚ, ਪਰ ਉਹਨਾਂ ਦੇ ਜੀਵਨ ਦਾ ਆਧਾਰ ਕੁਝ ਹੋਰ ਬਣ ਚੁੱਕਾ ਹੁੰਦਾ ਹੈ। ਇਹ ਤਾਂ ਇੱਕ ਦੇਹ ਦਾ ਆਧਾਰ ਹੈ ਨਾ ਖੂਨ, ਉਹਨਾਂ ਦੇ ਜੀਵਨ ਦਾ ਆਧਾਰ ਹੁਣ ਕੁਦਰਤੀ ਹੈ।
ਆਪ ਜਿਹੜਾ ਪਹਿਲਾਂ ਨੁਕਤਾ ਅਰਜ਼ ਕਰ ਰਹੇ ਹਾਂ ਕਿ ਅੰਮ੍ਰਿਤ ਨੂੰ ਤੋੜ ਵੱਜਦੀ। ਉਹ ਕਈ ਵਾਰੀ ਦੇਖੋ ਝਗੜਾ ਕਰਦਾ, ਕਹਿੰਦਾ ਕਿ ਮੈਨੂੰ ਜੇ ਸ਼ਾਮ ਤੱਕ ਨਾ ਮਿਲਿਆ ਮੈਂ ਮਰ ਜਾਵਾਂਗਾ। ਪਰ ਵੱਡੀ ਗੱਲ, ਉਹ ਸ਼ਾਮ ਤੱਕ ਮਰਦਾ ਨਹੀਂ, ਕਈ ਵਾਰੀ ਦੇਖਿਆ। ਪਰ ਉਹ ਕਹਿੰਦਾ ਮੈਂ ਮਰ ਜਾਵਾਂਗਾ। ਇਹਦਾ ਮਤਲਬ ਉਹਨੂੰ ਲੱਗਦਾ ਕਿ ਇਹਦੀ ਨਸ਼ੇ ਦੀ ਪਦਾਰਥ ਅਤੇ ਮੇਰੀ ਜਿਹੜੀ ਦੂਰੀ ਹੈ ਇਹ ਮੈਨੂੰ ਮੌਤ ਦੇ ਨੇੜੇ ਲੈ ਜਾਵੇਗੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ 3 ਤਨ ਰਤ ਨਾ ਹੋਏ ਦਾ ਮਤਲਬ ਹੈ ਕਿ ਉਹਨਾਂ ਨੇ ਆਪਣੇ ਜੀਵਨ ਨੂੰ ਜਿਉਣ ਦਾ ਆਧਾਰ ਕੁਝ ਹੋਰ ਸਿਰਜ ਲਿਆ ਹੈ ਅਤੇ ਉਹ ਜੀਵਨ ਦੇ ਕਿਸੇ ਇਸ ਪੱਧਰ 'ਤੇ ਪਹੁੰਚ ਗਏ ਹਨ ਜਿੱਥੇ ਉਹਨਾਂ ਨੂੰ ਤਨ ਦੀ ਲੋੜ ਵੀ ਨਹੀਂ ਰਹਿੰਦੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦਾ ਇਹ ਸ਼ਲੋਕ ਆਪਣੇ ਭਾਵ ਤੋਂ ਉਹਦੀ ਬਿਆਨੀ ਇੰਝ ਹੈ, ਪਰ ਗੁਰਬਾਣੀ ਦੇ ਸੁਰ ਨਾਲ ਪੂਰੀ ਜੁੜਦੀ ਹੈ ਕਿ ਆਖਾਂ ਜੀਵੈ ਵਿਸਰੈ ਮਰ ਜਾਓ, ਅਤੇ ਦੂਜੀ ਤਰਫ 3 ਤਨ ਰਤ ਨਾ ਹੋਏ। ਉਹਦਾ ਭਾਵ ਇਹ ਹੈ ਕਿ ਉਹ ਸਰੀਰ ਦੇ ਜੀਵਨ ਨੂੰ ਜੀਵਨ ਨਹੀਂ ਸਮਝਦੇ, ਉਹ ਆਤਮਿਕ ਜੀਵਨ ਦੇ ਵਿੱਚ ਜਿਉਂਦੇ ਹਨ। ਇਸ ਕਰਕੇ ਹੁਣ ਬਾਬਾ ਫਰੀਦ ਸਾਹਿਬ ਜੀ ਦਾ ਇਹ ਅਨੁਭਵ ਹੈ, ਇਸ ਅਨੁਭਵ ਤੋਂ ਕੋਈ ਭੁਲੇਖਾ ਨਾ ਖਾ ਜਾਵੇ। ਹੁਣ ਕੁਦਰਤੀ ਹੈ, ਇਹਦੇ ਵਿੱਚ ਇੱਕ ਸਾਧਨਾ ਵੀ ਹੈ ਕੁਦਰਤੀ, ਮੈਂ ਆਪ ਜੀ ਦੇ ਨਾਲ ਸਾਂਝੀ ਕਰਦਿਆਂ। ਸੂਫੀਆਂ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਇੱਕ ਸਾਧਨਾ ਬਣਾਈ ਹੈ ਕਿ ਮਨ ਨੂੰ ਵਿਕਾਰਾਂ ਤੋਂ ਰੋਕਣਾ ਹੈ, ਐਨਰਜੀ ਦੇਣੀ ਬੰਦ ਕਰੋ, ਸਭ ਤਰ੍ਹਾਂ ਦੀ ਐਨਰਜੀ ਦੇਣੀ ਬੰਦ ਕਰੋ, ਭੋਜਨ ਦੀ ਵੀ ਬੰਦ ਕਰੋ, ਗੱਲਾਂ ਬਾਤਾਂ ਵਾਲੀ, ਘੁੰਮਣ ਫਿਰਨ ਦੀ, ਪਹਿਨਣ ਸੁੱਧਣ ਦੀ, ਸਭ ਤਰ੍ਹਾਂ ਦੀ ਇਹਦੇ ਪਸਾਰ ਬੰਦ ਕਰ ਦਿਓ। ਪਹਿਲਾਂ ਮਨ ਨੂੰ ਇਕੱਲਾ ਛੱਡੋ ਅਤੇ ਮਨ ਨੂੰ ਇਕੱਲਾ ਛੱਡ ਕੇ ਆਪਣੇ ਤਨ ਨੂੰ ਜਿਹੜਾ ਹੈ ਇਸ ਹਾਲਤ 'ਚ ਪਾਓ ਕਿ ਇਹਦੇ ਅੰਦਰੋਂ ਐਨਰਜੀ ਦਾ ਪਰਸਪੈਕਟਿਵ ਪਹਿਲਾਂ ਬੰਦ ਹੋਵੇ ਅਤੇ ਭਗਤੀ ਦੀ ਗੱਲ ਉੱਥੋਂ ਸ਼ੁਰੂ ਹੋ ਸਕੇ। ਤਾਂ ਕਰਕੇ ਆਉਂਦਾ ਨਾ ਬਾਬਾ ਫਰੀਦ ਸਾਹਿਬ ਜੀ ਦੇ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ। ਹੁਣ ਕੁਦਰਤੀ ਹੈ, ਸਾਰੇ ਧਰਮਾਂ 'ਚ ਚੱਲਦਾ, ਕਦੇ ਇਹਨੂੰ ਅਯੋਗ ਨਾ ਸਮਝ ਲੈਣਾ। ਮਹਾਤਮਾ ਬੁੱਧ ਆਰੰਭ ਦੇ ਵਿੱਚ ਸਾਧਨਾ ਕਰਨ ਲੱਗੇ, ਜਦੋਂ ਉਹਨਾਂ ਨੂੰ ਪ੍ਰਾਪਤੀ ਹੋਈ, ਕਹਿੰਦੇ ਉਹਨਾਂ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਹੋ ਗਈ ਸੀ, ਆਪਣੇ ਪੇਟ ਦੇ ਅਗਲੇ ਪਾਸਿਓਂ ਉਹਨਾਂ ਨੇ ਆਪਣੀ ਰੀੜ੍ਹ ਦੀ ਹੱਡੀ ਪਕੜ ਲਈ ਸੀ, ਮਤਲਬ ਪੇਟ ਰਹਿ ਹੀ ਨਹੀਂ ਸੀ ਗਿਆ ਉਹਨਾਂ ਦਾ। ਅਤੇ ਜਦੋਂ ਉਹ ਪੂਰੀ ਤਪੱਸਿਆ ਵਿੱਚ ਲੀਨ ਬੈਠੇ ਸਨ ਅਤੇ ਲਾਗੋਂ ਇੱਕ ਸਾਜਿੰਦੇ ਲੰਘ ਰਹੇ ਸਨ ਅਤੇ ਉਹ ਗੀਤ ਗਾ ਰਹੇ ਸਨ ਕਿ ਆਪਣੇ ਸਾਜ਼ ਦੀਆਂ ਤਾਰਾਂ ਇੰਨੀਆਂ ਵੀ ਜ਼ਿਆਦੀਆਂ ਨਾ ਕੱਸ ਕਿ ਜਦੋਂ ਵਜਾਉਣ ਲੱਗੇ ਤਾਂ ਇਹ ਟੁੱਟ ਜਾਣ, ਅਤੇ ਇੰਨੀਆਂ ਢਿੱਲੀਆਂ ਵੀ ਨਾ ਛੱਡ ਕੇ ਇਹਨਾਂ 'ਚੋਂ ਸੰਗੀਤ ਹੀ ਨਾ ਪੈਦਾ ਹੋਵੇ। ਮਤਲਬ ਠੀਕ ਢੰਗ ਨਾਲ ਸੁਰ ਕਰੋ। ਜਦੋਂ ਮਹਾਤਮਾ ਬੁੱਧ ਨੇ ਇਹ ਵਾਕ ਸੁਣੇ ਤਾਂ ਉਹਨਾਂ ਨੂੰ ਗਿਆਨ ਹੋਇਆ ਕਿ ਜੀਵਨ ਨੂੰ ਹੱਠ ਦੇ ਵਿੱਚ ਪਾ ਕੇ ਇੰਨਾ ਕੱਸਣਾ ਨਹੀਂ ਚਾਹੀਦਾ ਕਿ ਹੁਣ ਤਨ ਹੀ ਖਤਮ ਹੋਣ 'ਤੇ ਆ ਜਾਏ, ਅਤੇ ਇੰਨਾ ਢਿੱਲਾ ਵੀ ਨਹੀਂ ਛੱਡਣਾ ਚਾਹੀਦਾ ਕਦੇ ਅੰਮ੍ਰਿਤ ਵੇਲੇ ਉੱਠ ਕੇ 10 ਮਿੰਟ ਬਹਿ ਹੀ ਨਾ ਸਕੇ। ਜਦੋਂ ਇਹਨਾਂ ਨੂੰ ਇਹ ਗੱਲ ਸਮਝ ਆਈ, ਅਜੇ ਸੋਚ ਹੀ ਰਹੇ ਸਨ, ਉਤਨੇ ਨੂੰ ਇੱਕ ਬੀਬੀ ਆਈ, ਉਹਦਾ ਨਾਂ ਸੁਜਾਤਾ ਸੀ, ਛੋਟੀ ਜਿਹੀ ਬੱਚੀ ਸੀ। ਉਹ ਕੁਦਰਤੀ ਉਹਨੇ ਦੇਖਿਆ ਸੀ ਆ ਰੋਜ਼ ਬੰਦਾ ਪਿੱਪਲ ਥੱਲੇ ਬੈਠਾ ਬੰਦਗੀ ਕਰਦਾ ਰਹਿੰਦਾ ਹੈ। ਉਹ ਉਹਨਾਂ ਦੇ ਘਰੇ ਕੋਈ ਜਾਨਵਰ ਆਦਿਕ ਜਿਹੜਾ ਹੈ ਸੋਇਆ ਹੋਏਗਾ, ਤਾਂ ਉਹ ਖੀਰ ਤਿਆਰ ਕਰਕੇ ਲਿਆਈ ਅਤੇ ਉਹ ਕਹਿੰਦੀ ਮੈਂ ਤੁਹਾਨੂੰ ਰੋਜ਼ ਦੇਖ ਰਹੀ ਸਾਂ ਅਤੇ ਅੱਜ ਮੈਂ ਤੁਹਾਨੂੰ ਖੀਰ ਭੇਟ ਕਰਨੀ ਚਾਹੀ, ਪ੍ਰਵਾਨ ਕਰੋ। ਮਹਾਤਮਾ ਬੁੱਧ ਨੇ ਉਹ ਖੀਰ ਗ੍ਰਹਿਣ ਕਰਕੇ ਕਿ ਨਾ ਭੋਜਨ ਦਾ ਪੂਰਾ ਤਿਆਗ ਅਤੇ ਨਾ ਭੋਜਨ ਦੀ ਪੂਰੀ ਤ੍ਰਿਸ਼ਨਾ ਵਾਸਨਾ, ਅਤੇ ਫਿਰ ਮੱਧ ਮਾਰਗ ਅਪਣਾਇਆ ਅਤੇ ਉਹਨਾਂ ਨੂੰ ਨਿਰਵਾਣ ਪ੍ਰਾਪਤੀ ਹੋਈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਬਿਲਕੁਲ ਔਲਾਰ ਨਹੀਂ, ਉਹਨਾਂ ਦੇ ਜੀਵਨ ਦਾ ਆਧਾਰ ਕੁਝ ਹੋਰ ਬਣ ਜਾਂਦਾ। ਇਸ ਕਰਕੇ ਜੈਨੀਆਂ ਦੇ ਵਿੱਚ ਇਹ ਗੱਲ ਮਿਲਦੀ ਹੈ। ਗੁਰੂ ਨਾਨਕ ਸਾਹਿਬ ਜੀ ਬਾਰੇ ਜ਼ਿਕਰ ਮਿਲਦਾ ਹੈ, ਰੇਤ ਅੱਕ ਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਹੁਣ ਇਸ ਕਰਕੇ ਹੁਣ ਗੁਰੂ ਨਾਨਕ ਸਾਹਿਬ ਉਦਾਸੀਆਂ ਦੇ ਵਿੱਚ ਚੱਲਦੇ ਰਹੇ। ਹੁਣ ਕੁਦਰਤੀ ਹੈ, ਜਿਹੜੇ ਆ ਸੰਗੀਤਕਾਰ ਜਿਹੜੇ ਵੱਡੇ ਨੇ, ਉਹਨਾਂ ਨੂੰ ਕਈ ਵਾਰੀ ਪੁੱਛੇ ਜੀ ਤਾਂ ਉਹ ਕਈ ਵਾਰ ਦੇਖੋ ਜਿਹੜੀ ਠੋਸ ਖੁਰਾਕ ਨਹੀਂ ਲੈਂਦੇ, ਕਈ ਵਾਰੀ ਮੈਂ ਨੇੜਿਓਂ ਦੇਖਿਆ, ਤਾਂ ਉਹ ਜੀਵਨ ਦੇ ਵਿੱਚ ਸਾਰਾ ਦਿਨ ਜਿਹੜਾ ਲਿਕੁਇਡ ਖੁਰਾਕ ਲੈਂਦੇ ਨੇ, ਚਾਹੇ ਕਿਸੇ ਵੀ ਰੂਪ 'ਚ ਲੈ ਲੈਣ। ਤਾਂ ਹੁਣ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਦਾ ਭ੍ਰਮਣ ਕਰਦੇ ਰਹੇ, ਖੁਰਾਕ ਤਾਂ ਸੰਭਵ ਨਹੀਂ ਸੀ, ਕਿੰਨੀ ਦੂਰ ਇਲਾਕੇ ਸਨ, ਫਿਰ ਉਹ ਕਿਹੜੇ ਆਧਾਰ 'ਤੇ ਜਿਉਂਦੇ ਰਹੇ। ਹੁਣ ਜਾਂ ਜਿਹੜਾ ਉਹਨਾਂ ਨੇ ਆਪਣੀ ਦੁੱਖ ਭੁੱਖ ਨੂੰ ਮਾਰਿਆ, ਜਿਵੇਂ ਭਾਈ ਮਰਦਾਨਾ ਜੀ ਨੇ ਕਹਿ ਦਿੱਤਾ ਸੀ, ਬਾਬਾ ਤੈਂ ਭੁੱਖ ਨੂੰ ਵਸ ਕੀਤਾ, ਮੇਰੇ ਕੋ ਵੀ ਕਿਰਾਏ ਦੇ, ਵੀ ਜੇ ਤੂੰ ਵਸ ਕਰ ਲਿਆ ਤੈਨੂੰ ਲੱਗਦੀ ਨਹੀਂ, ਅਤੇ ਮੈਨੂੰ ਵੀ ਕਰਵਾ ਦੇ, ਮੇਰਾ ਵੀ ਕੰਮ ਨਿਬੜੇ, ਮੈਨੂੰ ਵਾਰ ਮੰਗਣਾ ਪੈਂਦਾ ਹੈ। ਇਸ ਕਰਕੇ ਹੁਣ ਸਾਰੇ ਧਰਮਾਂ 'ਚ ਇਹ ਸਾਧਨਾ ਚੱਲਦੀ ਹੈ। ਉਹਦਾ ਕਾਰਨ ਇਹਦਾ ਮਤਲਬ ਧਨ ਦੀ ਅੰਨ ਦੀ ਰਿਜੈਕਸ਼ਨ ਨਹੀਂ ਹੈ। ਹੁਣ ਕੁਦਰਤੀ ਹੈ, ਜੀਵਨ ਦੇ ਵਿੱਚ ਜਿੰਨੇ ਰੋਗ ਬਣਦੇ ਨੇ, ਆ ਪਿਛਲੇ ਦਿਨਾਂ 'ਚ ਹੀ ਮੈਂ ਕੁਝ ਭੋਜਨ ਵਿਗਿਆਨ ਬਾਰੇ ਥੋੜ੍ਹਾ ਬਹੁਤਾ ਪੜ੍ਹਿਆ, ਅਤੇ ਉਹਦੇ 'ਚ ਸਮਝ ਆਇਆ ਵੀ ਜ਼ਿੰਦਗੀ 'ਚ 80% ਰੋਗ ਬੰਦੇ ਦੇ ਖਾਣ ਨਾਲ ਹੀ ਜੁੜੇ ਨੇ। ਜੀਵਨ ਦੇ ਸਾਨੂੰ ਸਾਰਿਆਂ ਨੂੰ ਪਤਾ ਅਸੀਂ ਦਿਨ 'ਚ ਕਿੰਨਾ ਕੰਮ ਕਰਨਾ ਹੈ, ਤਾਂ ਕਿੰਨੀ ਕੁ ਭੋਜਨ ਦੇ ਤਲ 'ਤੇ ਊਰਜਾ ਚਾਹੀਦੀ ਹੈ, ਇਹ ਵੀ ਨਹੀਂ ਪਤਾ ਕਿ ਕਿੰਨੀ ਊਰਜਾ ਚਾਹੀਦੀ, ਅਤੇ ਇਹ ਵੀ ਨਹੀਂ ਪਤਾ ਕਿੰਨੀ ਅੰਦਰ ਭੇਜ ਰਹੇ ਹਾਂ, ਅਤੇ ਇਹ ਵੀ ਨਹੀਂ ਪਤਾ ਕਿ ਕਿੰਨੀ ਖਪਤ ਕਰ ਦਿੱਤੀ ਹੈ। ਤਿੰਨੇ ਹਾਲਾਤਾਂ ਨਹੀਂ ਪਤਾ,
ਤੇ ਅਸੀਂ ਆਖਰੇ ਰੋਗੀ ਹੋ ਗਏ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਕਰਕੇ ਉਹਨਾਂ ਨੇ ਇੱਕ ਬਣਾਇਆ। ਇਸ ਕਰਕੇ ਜਦੋਂ ਹੁਣ ਬੰਦਾ ਬਹੁਤ ਭੁੱਖ ਦੇ ਵਿੱਚ ਰਹੇਗਾ ਤਾਂ ਕੁਦਰਤੀ ਉਹਦੇ ਸਰੀਰ ਦੀ ਇਹ ਵੀ ਹਾਲਤ ਆ ਜਾਏਗੀ ਕਿ ਉਹਦੇ ਅੰਦਰ ਖੂਨ ਦੀ ਕਮੀ ਹੋਏਗੀ ਜਾਂ ਉਹਦੇ ਕੇਵਲ ਹੱਡ ਆਦਿਕ ਹੀ ਰਹਿ ਜਾਣਗੇ। ਹੁਣ ਜਿਵੇਂ ਕਈ ਬਜ਼ੁਰਗਾਂ ਦਾ ਸਰੀਰਕ ਢਾਂਚਾ ਦੇਖਦੇ ਹਾਂ, ਹੁਣ ਇੱਕ ਨੌਜਵਾਨ ਦਾ ਤੰਦਰੁਸਤ ਗੱਠਿਆ ਸਰੀਰ ਦੇਖੀਏ ਤਾਂ ਕਲਪਨਾ ਕਰ ਸਕਦੇ ਹਾਂ ਕਿ ਇਹਦੇ 'ਚ 5-6 ਲੀਟਰ ਖੂਨ ਹੋਏਗਾ ਸਾਰੇ ਸਰੀਰ 'ਚ। ਇੱਕ ਬਜ਼ੁਰਗ ਨੂੰ ਦੇਖ ਕੇ ਲੱਗਦਾ ਨਹੀਂ, ਇਹਦੀ ਚਮੜੀ ਵੀ ਢਿੱਲੀ ਪੈ ਗਈ, ਹੱਡ ਵੀ ਨਜ਼ਰ ਆਉਣ ਲੱਗ ਪਏ ਨੇ, ਇਹਦੇ 'ਚ ਖੂਨ ਨਹੀਂ ਹੋਏਗਾ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਤਨ ਰੱਤੇ ਰੱਬ ਸਿਉ, ਜਿਹੜੇ ਉਹਦੀ ਬੰਦਗੀ ਵਿੱਚ ਰੱਤੇ ਹਨ ਉਹਨਾਂ ਦੇ ਵਿੱਚ ਰੱਤ ਨਹੀਂ ਹੁੰਦੀ। ਹੁਣ ਇਹ ਅਨੁਭਵ ਉਹਨਾਂ ਦਾ ਭਾਵ ਹੈ ਕਿ ਉਹ ਜੀਵਨ ਆਮ ਕਾਇਆਂ ਦੇ ਤਲ ਦੀ ਲੋੜ ਨਹੀਂ ਮੰਨਦੇ। ਅਸਲ ਗੱਲ ਇਹ ਹੈ, ਪਰ ਇਸ ਗੱਲ ਦਾ ਕਿਸੇ ਨੂੰ ਭੁਲੇਖਾ ਨਾ ਪੈ ਜਾਵੇ। ਅਤੇ ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਦਾ ਭਾਵ ਸਾਡੀ ਸੁਰ ਦੇ ਵਿੱਚ ਜਾਂ ਜਿਹੜੀ ਭਾਰਤੀ ਗਿਆਨ ਪਰੰਪਰਾ ਦੀ ਸੁਰ ਦੇ ਵਿੱਚ, ਗੁਰਮਤਿ ਦੀ ਪਰੰਪਰਾ ਦੇ ਵਿੱਚ ਸਪਸ਼ਟ ਹੋ ਜਾਵੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਬਿਆਨ ਕਰਦੇ ਹਨ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਕਹਿੰਦੇ ਤਨ ਜਿਹੜਾ ਹੈ ਖੂਨ ਨਾਲ ਹੀ ਬਣਨਾ ਹੈ, ਅਤੇ ਅਜੇ ਤੱਕ ਕੋਈ ਐਸਾ ਤਨ ਨਹੀਂ ਬਣਿਆ, ਚਾਹੇ ਪਸ਼ੂ ਦਾ ਹੈ, ਚਾਹੇ ਬੰਦੇ ਦਾ, ਚਾਹੇ ਕਿਸੇ ਪੰਛੀ ਦਾ ਹੈ, ਚਾਹੇ ਕਿਸੇ ਨਿੱਕੇ ਜਿਹੇ ਜੀਵ ਦਾ ਹੈ। ਕਹਿੰਦੇ ਤਨ ਰਤ ਤੋਂ ਬਿਨਾਂ ਜਿਹੜਾ ਹੈ ਤਨ ਨਹੀਂ ਬਣਦਾ। ਪਰ ਗੁਰੂ ਅਮਰਦਾਸ ਸਾਹਿਬ ਜ਼ਿਕਰ ਕਰਦੇ ਹਨ, ਜੋ ਸਹਿ ਰਤੇ ਆਪਣੇ। ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਏ। ਪਰ ਗੁਰੂ ਅਮਰਦਾਸ ਸਾਹਿਬ ਜੀ ਉਹਦਾ ਭਾਵ ਹੋਰ ਜ਼ਿਆਦਾ ਸਪਸ਼ਟ ਕਰਦੇ ਹਨ, ਜੋ ਸਹਿ ਰਤੇ ਆਪਣੇ ਤਿਤ ਤਨ ਰਤ ਨਾ ਹੋਏ। ਇਸ ਕਰਕੇ ਜ਼ਿਕਰ ਕਰਦੇ ਹਨ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਕਿ ਰਤ ਨਾ ਹੋਏ, ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਕਿ ਤਨ ਜਿਹੜਾ ਹੈ ਇਹ ਇੱਕ ਰਚਨਾ ਦਾ ਵੱਡਾ ਹਿੱਸਾ ਹੈ। ਤਨ ਦਾ ਚੋਲਾ ਪਹਿਨ ਕੇ ਹੀ ਆਤਮਾ ਆਪਣਾ ਜਲਵਾ ਦਿਖਾਉਂਦੀ ਹੈ। ਇਸ ਕਰਕੇ ਆਖਦੇ ਹਨ ਕਿ ਜਿਹੜੇ ਆਪਣੇ ਮਾਲਕ ਨਾਲ ਲੱਤੇ ਹਨ, ਲੋਭ ਰਤ ਨਾ ਹੋਏ। ਲੋਭ ਦਾ ਭਾਵ ਇਹ ਹੈ, ਹੁਣ ਆਹ ਖੂਨ ਕਰਕੇ ਹੀ ਸਾਨੂੰ ਜ਼ੁਬਾਨ ਦੇ ਸਵਾਦ ਲੱਗਦੇ ਨੇ। ਹੁਣ ਬੰਦੇ ਨੂੰ ਅਨੀਮੀਆ ਦਾ ਰੋਗ ਹੋ ਜਾਏ ਤਾਂ ਉਹਦੇ ਜੀਵਨ ਦੇ ਕਈ ਖਾਣ ਪੀਣ ਦੇ ਸਵਾਦ ਖਤਮ ਹੋ ਜਾਂਦੇ ਨੇ। ਖੂਨ ਦਾ ਤਵਾਜ਼ਨ ਵਿਗੜ ਜਾਏ ਜੀਵਨ ਦੇ ਅੰਦਰ ਤਾਂ ਉਹਦੀਆਂ ਪਾਚਨ ਕਿਰਿਆਵਾਂ ਤੋਂ ਲੈ ਕੇ ਸਾਰੀਆਂ ਕਿਰਿਆਵਾਂ ਅਸਤ ਵਿਵਸਥ ਹੋ ਜਾਂਦੀਆਂ ਨੇ। ਤਾਂ ਬਾਬਾ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਲੋਭ ਰਤ ਦਾ ਮਤਲਬ ਨਾ ਉਹਨਾਂ ਦੇ ਅੰਦਰ ਖਾਣ ਪੀਣ ਦੀ ਤ੍ਰਿਸ਼ਨਾ, ਨਾ ਵਿਕਾਰਾਂ ਨੂੰ ਭੋਗਣ ਦੀ ਤ੍ਰਿਸ਼ਨਾ। ਇੱਕੋ ਪਰਮੇਸ਼ਰ ਦੀ ਬੰਦਗੀ ਤੋਂ ਇਲਾਵਾ ਕੋਈ ਲੋਭ ਹੈ ਹੀ ਨਹੀਂ। ਉਹ ਵੀ ਪ੍ਰੇਮ ਵਸ ਹੈ, ਉਹ ਲੋਭ ਨਹੀਂ ਉਹਨਾਂ ਦੇ ਅੰਦਰ। ਇਸ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਨਾ ਖਾਣ ਪੀਣ, ਪਹਿਨਣ, ਵਿਚੜਨ, ਭਰਮ ਦਾ ਕੋਈ ਲੋਭ ਨਹੀਂ, ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਹੀਂ। ਇੱਕੋ ਬੰਦਗੀ ਦਾ ਆਹਾਰ ਹਰ ਵੇਲੇ ਲੱਗਿਆ ਰਹਿੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਰਤ ਉਹਨਾਂ ਦੇ ਅੰਦਰ ਹੁੰਦਾ ਹੈ, ਪਰ ਰਤ ਦੇ ਅੰਦਰਲੀ ਪ੍ਰਵਿਰਤੀ ਲੋਭ ਵਾਲੀ ਨਹੀਂ ਹੁੰਦੀ। ਉਹ ਆਪਣੇ ਜੀਵਨ ਦਾ ਆਧਾਰ ਬੰਦਗੀ ਬਣਾਉਂਦੇ ਨੇ, ਜਦ ਕਿ ਸੰਸਾਰ ਵਿਕਾਰਾਂ ਸਵਾਦਾਂ ਨੂੰ ਬਣਾਉਂਦਾ ਹੈ। ਕਹਿੰਦੇ ਭੈ ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਹੋ ਜਾਏ। ਹੁਣ ਆ ਜੀਵਨ ਦਾ ਬੜਾ ਵੱਡਾ ਸੂਤਰ ਹੈ। ਮਾਸ ਖਾਣ ਵਾਲਿਆਂ ਦੀ ਸਾਰੀ ਜ਼ਿੰਦਗੀ ਸਵਾਲ ਨਹੀਂ ਹੱਲ ਹੁੰਦਾ ਕਿ ਜੀ ਸਾਨੂੰ ਕੋਈ ਪਤਾ ਨਹੀਂ, ਹਜ਼ਾਰਾਂ ਦਲੀਲਾਂ ਦੇ ਦਿੱਤੀਆਂ ਕਈ ਵਾਰ। ਗੁਰੂ ਸਾਹਿਬ ਜੀ ਨੇ ਕਿਹਾ ਭੈ ਪਈਐ ਤਨ ਖੀਣ ਹੋਏ। ਜਿਹੜੇ ਕਿਸੇ ਭੈ ਵਿੱਚ ਨੇ ਉਹਨਾਂ ਦਾ ਤਨ ਖੀਣ ਹੋ ਜਾਂਦਾ। ਖੀਣ ਦਾ ਮਤਲਬ ਜਿਹੜੇ ਰੱਬੀ ਬੰਦਗੀ ਦੇ ਅਭਿਆਸ ਵਿੱਚ ਨੇ, ਮਾਲਕ ਦਾ ਹੁਕਮ ਮੰਨਣ ਵੱਲ ਚੱਲੇ ਪਏ ਨੇ, ਤਨ ਖੀਣ ਹੋਏ। ਉਹ ਆਪਣੇ ਤਨ ਨੂੰ ਉਹਨਾਂ ਸਾਰੇ ਸਵਾਦਾਂ ਤੋਂ ਵਿਰਾਮ ਲਗਾਉਂਦੇ ਹਨ ਜਿਹਦੇ ਨਾਲ ਤਨ ਦੇ ਤਲ 'ਤੇ ਬੰਦੇ ਦੀ ਭਟਕਣ ਪੈਦਾ ਹੁੰਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਭੈ ਪਈਐ ਤਨ ਖੀਣ ਹੋਏ। ਉਹ ਆਪਣੇ ਜੀਵਨ 'ਚ ਪਰਮੇਸ਼ਰ ਦਾ ਅਦਬ ਧਾਰਨ ਕਰਦੇ ਨੇ ਅਤੇ ਹਰ ਉਸ ਕਰਮ ਤੋਂ, ਹਰ ਉਸ ਕਿਰਿਆ ਤੋਂ ਦੂਰੀ ਬਣਾਉਂਦੇ ਨੇ ਜਿਹਦੇ ਨਾਲ ਤਨ ਦੇ ਤਲ 'ਤੇ ਭਟਕਣ ਪੈਦਾ ਹੋਣੀ ਹੈ। ਅਤੇ ਬਾਬਾ ਫਰੀਦ ਗੁਰੂ ਸਾਹਿਬ ਜੀ ਕਹਿੰਦੇ, ਲੋਭ ਰਤ ਵਿੱਚੋਂ ਜਾਏ। ਖਾਣ ਦਾ ਵੀ ਲੋਭ ਜਾਂਦਾ ਹੈ, ਪਹਿਨਣ ਦਾ ਵੀ ਜਾਂਦਾ ਹੈ, ਮੰਨਣ ਦਾ ਵੀ ਜਾਂਦਾ ਹੈ। ਸਾਰੇ ਲੋਭ ਘਟ ਜਾਂਦੇ ਨੇ, ਉਹਨਾਂ ਦੀ ਕਾਇਆ ਬਿਲਕੁਲ ਸ਼ੁੱਧ ਹੋ ਜਾਂਦੀ ਹੈ। ਜਿਉਂ ਬੈ ਸੰਤਰ ਧਾਤ ਸੁੱਧ ਹੋਏ, ਤਿਉਂ ਹਰ ਕਾ ਪਾਓ ਦੁਰਮਤ ਮੈਲ ਗਵਾਏ। ਜਿਵੇਂ ਸੋਨਾ ਕਾਲਾ ਹੁੰਦਾ ਹੈ, ਆਰੰਭ ਦੇ ਵਿੱਚ ਸਾੜ ਸਾੜ ਕੇ ਉਹਨੂੰ ਚਮਕ ਵਾਲਾ ਬਣਾ ਲਿਆ ਜਾਂਦਾ ਹੈ। ਜਾਂ ਦੁਨੀਆ ਦੇ ਵਿੱਚ ਜਿੰਨੀਆਂ ਵਸਤਾਂ, ਜਿਵੇਂ ਕੁਦਰਤੀ ਲੋਹਾ ਢਾਲਣਾ ਹੈ, ਅਤੇ ਜਦੋਂ ਉਹਨੂੰ ਢਾਲ ਕੇ ਪੂਰੀ ਤਰ੍ਹਾਂ ਸਾੜਿਆ ਜਾਂਦਾ ਅੱਗ 'ਤੇ, ਫਿਰ ਉਹਦੀ ਖੋਟ ਆਪਣੇ ਆਪ ਹੀ ਨਿਕਲ ਜਾਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਵੇਂ ਅੱਗ, ਗੁਰੂ ਅਮਰਦਾਸ ਸਾਹਿਬ ਦੀ ਬਖਸ਼ਿਸ਼ ਕਰਦੇ ਕਿ ਜਿਵੇਂ ਅੱਗ ਦੇ ਉੱਪਰ ਕੋਈ ਧਾਤਾਂ ਸ਼ੁੱਧ ਹੁੰਦੀਆਂ ਹਨ, ਤਿਉਂ ਹਰ ਕਾ ਪਾਓ।
ਉਵੇਂ ਪਰਮੇਸ਼ਰ ਦਾ ਭਉ ਅਤੇ ਪਿਆਰ ਉਹਨਾਂ ਦੇ ਅੰਦਰੋਂ ਦੁਰਮਤ ਦਾ ਪੂਰਾ ਨਾਸ਼ ਕਰ ਦਿੰਦਾ ਹੈ। ਨਾਨਕ ਤੇ ਜਨ ਸੋਹਣੇ ਜੋ ਰੱਤੇ ਹਰ ਰੰਗ ਲਾਏ। ਤਾਂ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ, ਉਹ ਲੋਕ ਸੋਭਨੀਕ ਹਨ, ਉਹਨਾਂ ਦਾ ਜੀਵਨ ਬੜਾ ਸੁਹਾਵਣਾ, ਬੜਾ ਅਸਰਦਾਰ ਹੈ। ਜੇ ਰੱਤੇ ਹਰ ਰੰਗ ਲਾਏ, ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੱਤੇ ਹੋਏ ਹਨ, ਜਿਨ੍ਹਾਂ ਦੇ ਜੀਵਨ ਦਾ ਰੋਮ ਰੋਮ ਗਵਾਹੀ ਦਿੰਦਾ ਹੈ ਕਿ ਇਹ ਕਿਸੇ ਅਦਬ ਵਿੱਚ ਹਨ, ਕਿਸੇ ਪਿਆਰ ਵਿੱਚ ਹਨ, ਕਿਸੇ ਵੱਡੇ ਨੇਹੋਂ ਵਿੱਚ ਹਨ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਦੇ ਭਾਵ ਨੂੰ ਸਪਸ਼ਟ ਕਰਦੇ ਹਨ ਕਿ ਤਨ ਦੀ ਰਚਨਾ ਬਣੀ ਰਹਿੰਦੀ ਹੈ, ਪਰ ਉਹਦੇ ਅੰਦਰਲੇ ਮਾਇਆ ਦੀ ਬਿੱਖ ਵਾਲਾ ਸਾਰਾ ਜੀਵਨ ਮਰ ਜਾਂਦਾ, ਕੇਵਲ ਭਗਤੀ ਦਾ ਹੀ ਆਹਾਰ ਬਾਕੀ ਬਚਦਾ ਹੈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ, ਕਿਉਂਕਿ ਕਈ ਇਹਨੂੰ ਆਖਦੇ ਨੇ ਟਿੱਪਣੀ ਸ਼ਲੋਕ ਹੈ, ਇਹ ਟਿੱਪਣੀ ਸ਼ਲੋਕ ਨਹੀਂ ਹੈਗਾ। ਟਿੱਪਣੀ ਦਾ ਮਤਲਬ ਹੈ ਕਿ ਸ਼ਾਇਦ ਪਹਿਲੇ ਸ਼ਲੋਕ 'ਚ ਕੁਝ ਅਨੁਭਵ ਅਧੂਰਾ ਹੈ, ਪਹਿਲੇ ਸ਼ਲੋਕ ਵਿੱਚ ਅਨੁਭਵ ਪੂਰਾ ਹੈ, ਪਰ ਉਹ ਅਨੁਭਵ ਹੈ ਇਸਲਾਮ ਦੀ ਤਬੀਅਤ ਵਾਲਾ, ਇਸਲਾਮ ਦੀ ਤਬੀਅਤ ਵਾਲਾ ਹੈ। ਉਹ ਸਾਡੇ ਦ੍ਰਿਸ਼ਟੀਕੋਣ 'ਚ ਪੂਰੀ ਤਰ੍ਹਾਂ ਠੀਕ ਸਮਝ ਆ ਸਕੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਜੋ ਸਹਿ ਰੱਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ, ਕਿ ਉਹਨਾਂ ਦੇ ਅੰਦਰ ਵਾਸਨਾਮਈ ਜੀਵਨ ਬਿਲਕੁਲ ਮਰ ਜਾਂਦਾ, ਇੱਕੋ ਪਰਮੇਸ਼ਰ ਦੀ ਚਾਹ ਰਹਿ ਜਾਂਦੀ ਹੈ ਅਤੇ ਉਹਦੀ ਬੰਦਗੀ, ਉਹਦਾ ਮਿਲਾਪ ਹੀ ਉਹਨਾਂ ਦੇ ਜੀਵਨ ਦਾ ਮਕਸਦ ਬਣ ਜਾਂਦਾ ਹੈ। ਇਸ ਕਰਕੇ ਐਸੇ ਜਿਹੜੇ ਲੋਕ ਹਨ ਉਹੀ ਸ਼ੋਭਨੀਕ ਹੁੰਦੇ ਹਨ। ਹੁਣ ਕੁਦਰਤੀ ਇਹ ਵੀ ਨੁਕਤਾ ਸਾਹਮਣੇ ਰੱਖਦੇ ਹਾਂ ਕਿ ਇਹ ਸ਼ਲੋਕ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਲੋਕ ਹੀ ਕਿਉਂ ਆਇਆ, ਕਿਉਂਕਿ ਇਹ ਦੋਨਾਂ ਗੁਰੂ ਸਾਹਿਬ ਜੀ ਦਾ ਅਤੇ ਬਾਬਾ ਫਰੀਦ ਸਾਹਿਬ ਜੀ ਦਾ ਅਨੁਭਵ ਵੱਡੀ ਉਮਰ ਵਾਲਾ ਦੋਵਾਂ ਦਾ ਹੀ। ਦੋਵਾਂ ਨੇ ਇਸ ਜੀਵਨ ਦੇ ਵਿੱਚ ਜਾਣ ਲਿਆ ਕਿ ਜੀਵਨ ਦੇ ਵਿੱਚ ਜਾ ਕੇ ਬੁਢਾਪੇ ਦੇ ਵਿੱਚ ਖੂਨ ਦੀ ਕਮੀ ਹੋ ਜਾਂਦੀ, ਘਟ ਜਾਂਦਾ ਹੈ, ਪਰ ਉੱਥੇ ਜਾ ਕੇ ਉਹਨਾਂ ਨੇ ਇਹ ਵੀ ਜਾਣ ਲਿਆ ਕਿ ਲੋਭ ਰੱਤ ਵੀ ਦੂਰ ਹੋ ਜਾਂਦੀ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਕਿਸੇ ਤਰ੍ਹਾਂ ਦੀ ਵਾਸਨਾ ਨਹੀਂ ਪਾਲੀ, ਨਾ ਰਾਜ ਦੀ, ਨਾ ਪਹਿਨਣ ਦੀ, ਨਾ ਖਾਣ ਦੀ। ਇੰਝ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜੀਵਨ ਦੇ ਸਿਖਰ ਵਿੱਚ ਆ ਕੇ ਸੇਵਾ ਸਿਮਰਨ ਦਾ ਹੀ ਆਹਾਰ ਮੁੱਖ ਰੱਖਿਆ। ਜ਼ਿਕਰ ਮਿਲਦਾ ਨਾ ਕਿ ਜਦੋਂ ਉਹ ਸਾਧਨਾ ਕਰਦੇ ਸਨ, ਕੇਵਲ ਇੱਕ ਸਮੇਂ ਸਵੇਰ ਵੇਲੇ ਜਿਹੜਾ ਸੀ ਭੋਜਨ ਕਰਦੇ ਸਨ, ਸਾਰਾ ਦਿਨ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਹੀ ਕਰੀ ਜਾਂਦੇ ਸਨ। ਇਸ ਕਰਕੇ ਆਖਦੇ ਹਨ, ਤਿੰਨ ਤਨ ਲੋਭ ਰਤ ਨਾ ਹੋਏ। ਇਸ ਕਰਕੇ ਦੋਵਾਂ ਪੁਰਖਾਂ ਦੀ ਜਿਹੜੀ ਜੀਵਨ ਅਵਸਥਾ ਹੈ ਸਮ ਹੈ। ਤਾਂ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ਲੋਕ ਉਹਨਾਂ ਦਾ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਨਾਲ ਜੋੜ ਕੇ ਭਾਵ ਸਪਸ਼ਟ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸਾਨੂੰ ਸਾਡੇ ਜੀਵਨ ਦੇ ਵਿੱਚ ਪ੍ਰੇਮ ਦਾ, ਬੰਦਗੀ ਦਾ, ਗੁਰੂ ਕੇ ਬਚਨ ਕਮਾਉਣ ਦਾ ਇੱਕ ਸਨੇਹ ਭਰਿਆ ਰੰਗ ਲੱਗੇ, ਸਾਧਨਾ ਦਾ ਚਾਅ ਪੈਦਾ ਹੋਵੇ, ਸਾਰੇ ਗੁਰੂ ਬਚਨਾਂ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਅਧਿਆਤਮਿਕ ਅਰਥਾਂ ਦੇ ਵਿੱਚ ਸਫਲ ਕਰਨ ਦਾ ਯਤਨ ਕਰੀਏ ਜੀ। ਆਪ ਦੇ ਸਨਮੁਖ ਲੜੀਵਾਰ ਵਿਆਖਿਆ ਦੇ ਸਾਂਝ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।